ਵਾਹਿਗੁਰੂ ਸਾਹਿਬ ਜੀਓ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਧੰਨ ਵਾਹਿਗੁਰੂ ਸਾਹਿਬ ਜੀਓ। ਵਾਹਿਗੁਰੂ ਸਾਹਿਬ ਜੀ ਸਾਧ ਕੈ ਸੰਗ ਸਭ ਕੁਲ ਉਧਾਰੈ, ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੈ। ਸਾਧ ਕੈ ਸੰਗ ਸੋ ਧਨ ਪਾਵੈ, ਜਿਸ ਧਨ ਤੇ ਸਭ ਕੋ ਬਰਸਾਵੈ। ਸਾਧ ਸੰਗ ਧਰਮ ਰਾਏ ਕਰੇ ਸੇਵਾ, ਸਾਧ ਕੈ ਸੰਗ ਸੋਭਾ ਸੁਰਦੇਵਾ। ਸਾਧ ਕੈ ਸੰਗ ਪਾਪ ਪਲਾਇਨ, ਸਾਧ ਸੰਗ ਅੰਮ੍ਰਿਤ ਗੁਣ ਗਾਇਨ। ਸਾਧ ਕੈ ਸੰਗ ਸਰਬ ਥਾਨ ਗਮ, ਨਾਨਕ ਸਾਧ ਕੈ ਸੰਗ ਸਫਲ ਜਨਮ। ਸਾਧ ਕੈ ਸੰਗ ਨਹੀਂ ਕਛ ਕਾਲ, ਦਰਸ਼ਨ ਭੇਟਤ ਹੋਤ ਨਿਹਾਲ। ਸਾਧ ਕੈ ਸੰਗ ਕਲੁਕਤ ਹਰੈ, ਸਾਧ ਕੈ ਸੰਗ ਨਰਕ। ਸਾਧ ਕੈ ਸੰਗ ਨਰਕ ਪਰ ਹਰੈ, ਸਾਧ ਕੈ ਸੰਗ ਇਹਾਂ ਉਹਾਂ ਸੁਹੇਲਾ। ਸਾਧ ਸੰਗ ਬਿਸ਼ਰਤ ਹਰ ਮੇਲਾ, ਜੋ ਇੱਛੈ ਸੋਈ ਫਲ ਪਾਵੈ। ਸਾਧ ਕੈ ਸੰਗ ਨ ਬਿਰਥਾ ਜਾਵੈ, ਪਾਰ ਬ੍ਰਹਮ ਸਾਧ ਰਿਦ ਵਸੈ। ਨਾਨਕ ਉਦਰੈ ਸਾਧ ਸੁਨ ਰਸੈ, ਸਾਧ ਕੈ ਸੰਗ ਸੁਨੋ ਹਰਿ ਨਾਉ। ਸਾਧ ਸੰਗ ਹਰਿ ਕੇ ਗੁਣ ਗਾਓ, ਸਾਧ ਕੈ ਸੰਗ ਨ ਮਨ ਤੇ ਵਿਸਰੈ। ਸਾਧ ਸੰਗ ਸਰ ਪਰ ਨਿਸਤਰੈ, ਸਾਧ ਕੈ ਸੰਗ ਲੱਗੈ ਪ੍ਰਭ ਮੀਠਾ। ਸਾਧ ਕੈ ਸੰਗ ਘਟ ਘਟ ਦੀਠਾ, ਸਾਧ ਸੰਗ ਭਇ ਆਗਿਆਕਾਰੀ। ਸਾਧ ਸੰਗ ਗਤ ਭਈ ਹਮਾਰੀ, ਸਾਧ ਕੈ ਸੰਗ ਮਿਟੈ ਸਭ ਰੋਗ। ਨਾਨਕ ਸਾਧ ਭੇਟੇ ਸੰਜੋਗ, ਸਾਧ ਕੀ ਮਹਿਮਾ ਵੇਦ ਨ ਜਾਣੈ। ਜੇਤਾ ਸੁਨੈ ਤੇਤਾ ਵਖਿਆਨੈ, ਸਾਧ ਕੀ ਉਪਮਾ ਤਿਹ ਗੁਣ ਤੇ ਦੂਰ। ਸਾਧ ਕੀ ਉਪਮਾ ਰਹੀ ਭਰਪੂਰ, ਸਾਧ ਕੀ ਸ਼ੋਭਾ ਕਾ ਨਹੀਂ ਅੰਤ। ਸਾਧ ਕੀ ਸ਼ੋਭਾ ਸਦਾ ਬੇਅੰਤ, ਸਾਧ ਕੀ ਸ਼ੋਭਾ ਊਚ ਤੇ ਉੱਚੀ। ਸਾਧ ਕੀ ਸ਼ੋਭਾ ਮੂਚ ਤੇ ਮੂਚੀ।
ਸਾਧ ਕੀ ਸ਼ੋਭਾ ਸਾਧ ਬਨ ਆਈ, ਨਾਨਕ ਸਾਧ ਪ੍ਰਭ ਭੇਦ ਨ ਪਾਈ। ਸਾਧ ਕੀ ਸ਼ੋਭਾ ਸਾਧ ਬਨ ਆਈ, ਨਾਨਕ ਸਾਧ ਪ੍ਰਭ ਭੇਦ ਨ ਪਾਈ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਬਰ ਤਖਤ ਦੇ ਮਾਲਕ ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਤਿੰਨਾਂ ਦੀ ਹਜ਼ੂਰੀ ਅੰਦਰ ਜੁੜਮਿਲ ਬੈਠੇ ਅਤ ਸਤਿਕਾਰਯੋਗ ਸਨਮਾਨਯੋਗ ਸਤਸੰਗੀ ਜਨੋ, ਬਹੁਤ ਹੀ ਵਡਭਾਗੇ ਹਾਂ ਜੋ ਕਿ ਰੋਜ਼ਾਨਾ ਲੜੀਵਾਰ ਕਥਾ ਵਿਚਾਰ ਦੇ ਨਾਲ ਜੁੜਦੇ ਹਾਂ। ਲੜੀਵਾਰ ਚੱਲ ਰਹੀ ਕਥਾ ਵਿਚਾਰ ਗੌੜੀ ਸੁਖਮਣੀ ਮਹੱਲਾ ਪੰਜਵਾ, ਗੁਰੂ ਗ੍ਰੰਥ ਸਾਹਿਬ ਦਾ ਪਾਵਨ ਪਵਿੱਤਰ ਅੰਕ 272। ਆਓ ਗੁਰਮੁਖੋ ਵਿਚਾਰਾਂ ਦੀ ਆਰੰਭਤਾ ਕਰਨ ਤੋਂ ਪਹਿਲਾਂ ਜਿੰਨੀ ਵੀ ਸੰਗਤ ਗੁਰੂ ਕੇ ਦਰਬਾਰ ਅੰਦਰ ਜੁੜ ਕੇ ਸਜ ਕੇ ਬੈਠੀ ਹੈ, ਸਾਰੀ ਸੰਗਤ ਬਣਾਓ ਇਕਾਗਰਤਾ। ਲੜੀਵਾਰ ਵਿਚਾਰ ਸ਼ੁਰੂ ਕਰਨ ਤੋਂ ਪਹਿਲਾਂ ਸਾਰੀ ਸੰਗਤ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੜੀਵਾਰ ਚੱਲ ਰਹੀ ਕਥਾ ਵਿਚਾਰ 7 ਨੰਬਰ ਅਸ਼ਟਪਦੀ ਹੈ ਜੀ ਸੁਖਮਨੀ ਸਾਹਿਬ ਬਾਣੀ ਦੀ। ਪਿਛਲੇ ਦੀਵਾਨਾਂ ਵਿੱਚ 7 ਨੰਬਰ ਅਸ਼ਟਪਦੀ ਦੇ ਜਿਹੜੇ ਪਹਿਲੇ 4 ਬੰਦ ਨੇ ਆਪਾਂ ਵਿਚਾਰ ਚੁੱਕੇ ਹਾਂ। ਆਓ ਅਗਲੇਰੇ ਬੰਦਾਂ ਦੀ ਵਿਚਾਰ ਸ਼ੁਰੂ ਕਰੀਏ। ਇਸ ਅਸ਼ਟਪਦੀ ਦੇ ਅੰਦਰ ਸਾਧ ਦੇ ਗੁਣਾਂ ਬਾਰੇ, ਉਹਦੀ ਵਡਿਆਈ ਬਾਰੇ ਮਹਾਰਾਜ ਸਾਨੂੰ ਸਮਝਾ ਰਹੇ ਨੇ। ਆਓ ਇੱਕ ਲੜੀ ਦੇ ਤਹਿਤ ਵਿਚਾਰਨ ਦਾ ਯਤਨ ਕਰੀਏ। ਸਤਿਗੁਰੂ ਮਹਾਰਾਜ 5 ਨੰਬਰ ਬੰਦ ਅੰਦਰ ਕਹਿ ਰਹੇ ਨੇ, ਸਾਧਕ ਸੰਗ ਸਭ ਕੁਲ ਉਧਾਰੈ, ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੈ। ਗੁਰੂ ਅਰਜਨ ਸਾਹਿਬ ਮਹਾਰਾਜ ਕਹਿ ਰਹੇ ਨੇ, ਗੁਰਮੁਖਾਂ ਦੀ ਸੰਗਤ ਵਿੱਚ, ਭਲੇ ਪੁਰਸ਼ਾਂ ਦੀ ਸੰਗਤ ਵਿੱਚ ਰਹਿ ਕੇ ਮਨੁੱਖ ਆਪਣੀਆਂ ਸਾਰੀਆਂ ਕੁਲਾਂ ਵਿਕਾਰਾਂ ਤੋਂ ਬਚਾ ਲੈਂਦਾ ਹੈ, ਆਪਣੇ ਸੱਜਣ ਮਿੱਤਰ ਤੇ ਪਰਿਵਾਰ ਨੂੰ ਵੀ ਤਾਰ ਲੈਂਦਾ ਹੈ। ਇਹਨੂੰ ਧਿਆਨ ਨਾਲ ਸਮਝਿਓ ਜੀ। ਗੁਰੂ ਸਾਹਿਬ ਜੀ ਇੱਥੇ ਕਹਿ ਰਹੇ ਨੇ, ਗੁਰਮੁਖ ਪਿਆਰਿਆਂ ਦੀ ਸੰਗਤ ਵਿੱਚ, ਭਲੇ ਪੁਰਸ਼ਾਂ ਦੀ ਸੰਗਤ ਵਿੱਚ ਅਕਸਰ ਸੰਗਤ ਦਾ ਅਸਰ ਹੁੰਦਾ, ਭਾਵੇਂ ਚੰਗੀ ਹੋਵੇ ਭਾਵੇਂ ਮਾੜੀ ਹੋਵੇ। ਹੁਣ ਇੱਥੇ ਗੁਰੂ ਸਾਹਿਬ ਜੀ ਕਹਿ ਰਹੇ ਨੇ, ਗੁਰਮੁਖਾਂ ਦੀ ਸੰਗਤ ਵਿੱਚ ਆਪਣੀਆਂ ਸਾਰੀਆਂ ਕੁਲਾਂ ਤਾਰ ਲੈਂਦਾ। ਕੁਲਾਂ ਤਾਰਨ ਦਾ ਅਰਥ ਧਿਆਨ ਨਾਲ ਸਮਝਿਓ, ਗਿਆਨ ਇੰਦਰੀਆਂ, ਕਰਮ ਇੰਦਰੀਆਂ। ਜਿੱਥੇ ਸਤਿਗੁਰੂ ਮਹਾਰਾਜ ਕਹਿ ਰਹੇ ਨੇ, ਆਨੰਦ ਕਰੈ ਨਰ ਨਾਰੀ, ਹਰ ਹਰ ਪ੍ਰਭ ਕਿਰਪਾ ਧਾਰੀ, ਸੰਤੋ ਸੁਖੋ ਆ ਸਭ ਥਾਈ। ਗਿਆਨ ਇੰਦਰੇ ਤੇ ਕਰਮ ਇੰਦਰੇ, ਮੇਰੀਆਂ ਅੱਖਾਂ ਤਰ ਗਈਆਂ, ਕੰਨ ਤਰ ਗਏ, ਹੱਥ ਤਰ ਗਏ ਨੇ, ਸਰੀਰ ਦਾ ਢਾਂਚਾ ਤਰ ਗਿਆ, ਵਿਕਾਰਾਂ ਤੋਂ ਮੇਰਾ ਮਨ, ਮੇਰਾ ਸਰੀਰ ਨਿਰਲੇਪ ਹੋ ਗਿਆ। ਇਹ ਸਾਰੀਆਂ ਕੁਲਾਂ ਮਨੋਂ ਤਰ ਗਈਆਂ, ਗੁਰੂ ਸਾਹਿਬ ਜੀ ਕਹਿ ਰਹੇ ਨੇ। ਪਾਤਸ਼ਾਹ ਜੀ ਅੱਗੇ ਸਮਝਾ ਰਹੇ ਨੇ ਜੀ ਇਹਨਾਂ ਪੰਕਤੀਆਂ ਦੇ ਅੰਦਰ, ਸੰਗਤ ਵਿੱਚ ਰਹਿ ਕਰਕੇ ਸੱਜਣ ਮਿੱਤਰ ਪਰਿਵਾਰ, ਸਤਿਗੁਰੂ ਜੀ ਕਹਿੰਦੇ ਤਰ ਜਾਂਦੇ ਨੇ। ਸੰਗਤ ਵਿੱਚ ਰਹਿ ਕਰਕੇ, ਗੁਰਮੁਖ ਪਿਆਰਿਆਂ ਦੀ, ਭਲੇ ਪੁਰਸ਼ਾਂ ਦੀ ਸੰਗਤ ਵਿੱਚ ਰਹਿ ਕਰਕੇ ਸੱਜਣ ਮਿੱਤਰ ਪਰਿਵਾਰ ਤਰ ਜਾਂਦੇ ਨੇ। ਸਾਧਕ ਸੰਗ ਸੋ ਧਨ ਪਾਵੈ, ਜਿਸ ਧਨ ਤੇ ਸਭ ਕੋ ਬਰਸਾਵੈ। ਸਤਿਗੁਰੂ ਮਹਾਰਾਜ ਕਹਿ ਰਹੇ ਨੇ ਜੀ ਇੱਥੇ ਪਾਵਨ ਪਵਿੱਤਰ ਬਾਣੀ ਅੰਦਰ, ਬਰਸਾਵੇ ਦਾ ਅਰਥ ਬਲਵਾਨ ਹੋ ਜਾਂਦਾ ਹੈ, ਨਾਮ ਵਾਲਾ ਹੋ ਜਾਂਦਾ ਹੈ, ਤਕੜਾ ਹੋ ਜਾਂਦਾ ਹੈ। ਸਤਿਗੁਰੂ ਜੀ ਕਹਿ ਰਹੇ ਨੇ, ਸੰਗਤ ਵਿੱਚ ਆ ਕਰਕੇ, ਗੁਰਮੁਖਾਂ ਦੀ ਸੰਗਤ ਵਿੱਚ ਜਾ ਕਰਕੇ ਪਾਤਸ਼ਾਹ ਜੀ ਕਹਿੰਦੇ ਉਹ ਧਨ ਮਿਲ ਜਾਂਦਾ ਹੈ। ਇੱਕ ਤਾਂ ਦੁਨਿਆਵੀ ਤੌਰ ਤੇ ਹੁੰਦਾ ਪੈਸਾ, ਇੱਕ ਗੁਰਬਾਣੀ ਨੇ ਧਨ ਦੀ ਗੱਲ ਕੀਤੀ। ਉਹ ਕਿਹੜਾ ਧਨ ਹੈ? ਜਿਹਨੂੰ ਮਹਾਰਾਜ ਕਹਿੰਦੇ ਸਾਚਾ ਧਨ ਗੁਰਮਤੀ ਪਾਏ। ਸੰਗਤ ਵਿੱਚ ਰਹਿ ਕਰਕੇ ਰਾਹ ਦੀ ਪੂੰਜੀ ਨਾਮ ਰੂਪੀ ਧਨ ਸਾਨੂੰ ਹਾਸਲ ਹੋ ਜਾਂਦਾ, ਜਿਸ ਧਨ ਤੇ ਸਭ ਕੋ ਬਰਸਾਵੈ,
ਮਹਾਰਾਜ ਕਹਿੰਦੇ ਜਿਹੜੇ ਧਨ ਦੇ ਨਾਲ, ਜਿਹੜੇ ਨਾਮ ਦੇ ਨਾਲ ਉਹ ਬਲਵਾਨ ਹੋ ਜਾਂਦਾ ਹੈ, ਨਾਮਣੇ ਵਾਲਾ ਹੋ ਜਾਂਦਾ ਹੈ, ਆਪਣੇ ਆਪ ਨੂੰ ਆਤਮਿਕ ਤੌਰ 'ਤੇ ਮਜ਼ਬੂਤ ਕਰ ਲੈਂਦਾ ਹੈ, ਉਹ ਧਨ, ਉਹ ਪਦਾਰਥ ਗੁਰੂ ਕੋਲੋਂ ਮਿਲਦਾ ਹੈ। ਅੱਗੇ ਸਤਿਗੁਰੂ ਜੀ ਕਹਿ ਰਹੇ ਨੇ ਜੀ, ਸਾਧ ਸੰਗ ਧਰਮ ਰਾਏ ਕਰੇ ਸੇਵਾ, ਸਾਧ ਕੇ ਸੰਗ ਸੋਭਾ ਸੁਰ ਦੇਵਾ। ਇੱਥੇ ਇਸ ਪੰਕਤੀਆਂ ਨੂੰ ਥੋੜ੍ਹਾ ਧਿਆਨ ਨਾਲ ਵਿਚਾਰੀਏ। ਗੁਰੂ ਸਾਹਿਬ ਜੀ ਕਹਿ ਰਹੇ ਨੇ, ਪਾਤਸ਼ਾਹ ਜੀ ਸਮਝਾ ਰਹੇ ਨੇ ਇਸ ਪਾਵਨ ਪਵਿੱਤਰ ਬਚਨਾਂ ਦੇ ਅੰਦਰ, ਗੁਰੂ ਦੀ ਸੰਗਤ ਵਿੱਚ ਰਹਿ ਕਰਕੇ, ਸਾਧ ਜਨਾਂ ਦੀ ਸੰਗਤ ਵਿੱਚ ਰਿਹਾ ਧਰਮਰਾਜ ਸੇਵਾ ਕਰਦਾ। ਇਹਦੇ ਅੱਖਰੀ ਅਰਥ ਨੇ ਜੀ ਇਹ, ਅਤੇ ਦੇਵਤੇ ਵੀ ਸ਼ੋਭਾ ਕਰਦੇ ਹਨ। ਇਹ ਅੱਖਰੀ ਅਰਥ ਨੇ, ਇਹਨੂੰ ਧਿਆਨ ਨਾਲ ਸਮਝਿਓ। ਸਤਿਗੁਰੂ ਮਹਾਰਾਜ ਨੇ ਬਾਣੀ ਦੇ ਅੰਦਰ ਕੁਝ ਪ੍ਰਚਲਿਤ ਮੁਹਾਵਰੇ, ਪ੍ਰਚਲਿਤ ਮਿੱਥਾਂ ਬਹੁਤ ਵਰਤੀਆਂ ਨੇ। ਜਦੋਂ ਇਹਨੂੰ ਵਿਸਥਾਰ ਦੇ ਨਾਲ ਵਿਚਾਰਦੇ ਸਮਝਦੇ ਫਿਰ ਸਾਨੂੰ ਗੱਲ ਸਮਝ ਆ ਜਾਂਦੀ ਹੈ। ਹੁਣ ਇਹਨਾਂ ਪੰਕਤੀਆਂ ਅੰਦਰ ਮਹਾਰਾਜ ਕਹਿ ਰਹੇ ਨੇ, ਸਾਧ ਸੰਗ ਧਰਮ ਰਾਏ ਕਰੇ ਸੇਵਾ। ਗੁਰਮੁਖ ਪਿਆਰਿਆਂ ਦਾ ਸੰਗਤ ਕਰਕੇ, ਭਲੇ ਪੁਰਸ਼ਾਂ ਦਾ ਸੰਗਤ ਕਰਕੇ ਧਰਮ ਰਾਏ, ਧਰਮਰਾਜ ਆ ਜਿਹੜਾ, ਉਹ ਵੀ ਸੇਵਾ ਕਰਦਾ। ਹੁਣ ਧਰਮਰਾਜ ਬੈਠਾ ਕਿੱਥੇ? ਸਾਡੇ ਅੰਦਰ ਹੀ ਬੈਠਾ ਨਾ। ਆਸਾ ਦੀ ਵਾਰ ਵਿੱਚ ਆਪਾਂ ਇੱਕ ਪੌੜੀ ਪੜ੍ਹਦੇ ਹੁੰਦੇ ਹਾਂ ਜੀ। ਪਾਤਸ਼ਾਹ ਜੀ ਕਹਿ ਰਹੇ ਨੇ, ਨਾਨਕ ਜੀ ਉਪਾਏ ਕਹਿ ਲਿਖ ਨਾਵੈ ਧਰਮ ਬਹਾਲਿਆ। ਜਿੰਦ ਨੂੰ ਪੈਦਾ ਕਰਕੇ, ਸਰੀਰ ਨੂੰ ਪੈਦਾ ਕਰਕੇ ਨਿਯਮ ਇੱਕ ਧਰਮ ਉੱਪਰ ਰੱਖ ਦਿੱਤਾ, ਬਿਠਾ ਦਿੱਤਾ, ਸੱਚ ਦੀ ਸ਼ਨਾਖਤ ਕਰਨ ਵਾਸਤੇ, ਪਛਾਣ ਕਰਨ ਵਾਸਤੇ। ਇੱਥੇ ਸਤਿਗੁਰੂ ਮਹਾਰਾਜ ਕਹਿੰਦੇ, ਜਦੋਂ ਸੰਗਤ ਵਿੱਚ ਗੁਰਮੁਖਾਂ ਦੀ ਸੰਗਤ ਕਰ ਲੈਂਦੇ ਆ, ਫਰਜ਼ੀ ਹੋ ਜਾਂਦੇ ਆ, ਫਰਜ਼ਾਂ ਦੀ ਪਛਾਣ ਕਰ ਲੈਂਦੇ ਆ। ਅੱਗੇ ਮਹਾਰਾਜ ਕਹਿ ਰਹੇ ਨੇ, ਸਾਧ ਕੇ ਸੰਗ ਸੋਭਾ ਸੁਰ ਦੇਵਾ। ਗੁਰਮੁਖਾਂ ਦੀ ਸੰਗਤ ਵਿੱਚ ਬਹਿ ਕਰਕੇ ਸ਼ੋਭਾ ਮਿਲਦੀ ਹੈ। ਸੁਰ ਦੇਵਾ, ਦੇਵਤੇ ਵੀ ਸ਼ੋਭਾ ਕਰਦੇ ਨੇ। ਪਾਤਸ਼ਾਹ ਜੀ ਇੱਥੇ ਇਹ ਗੱਲ ਆਪਾਂ ਨੂੰ ਸਮਝਾ ਰਹੇ ਨੇ ਇਸ ਪਾਵਨ ਪਵਿੱਤਰ ਬਾਣੀ ਅੰਦਰ, ਦੇਵਤੇ ਵੀ ਸੇਵਾ ਕਰਦੇ ਨੇ। ਮਹਾਰਾਜ ਕਹਿ ਰਹੇ ਨੇ, ਦੇਵਤੇ ਵੀ। ਸਾਧ ਕੇ ਸੰਗ ਪਾਪ ਪਲਾਇਣ, ਸਾਧ ਸੰਗ ਅੰਮ੍ਰਿਤ ਗੁਣ ਗਾਇਨ। ਗੁਰਮੁਖਾਂ ਦੀ, ਭਲੇ ਪੁਰਸ਼ਾਂ ਦੀ ਸੰਗਤ ਕਰਨ ਦੇ ਨਾਲ ਪਾਪ ਦੂਰ ਹੋ ਜਾਂਦੇ ਨੇ ਅਤੇ ਅੰਮ੍ਰਿਤ ਵਾਲੇ ਗੁਣ ਗਾ ਕਰਕੇ ਜ਼ਿੰਦਗੀ ਸਵਾਰ ਲੈਂਦੇ ਅਸੀਂ ਆਪਾਂ। ਸਾਧ ਕੇ ਸੰਗ ਮਹਾਰਾਜ ਕਹਿ ਰਹੇ ਨੇ, ਸਰਬ ਥਾਨ ਗਮ ਨਾਨਕ ਸਾਧ ਕੇ ਸੰਗ ਸਫਲ ਜਨਮ। ਸਤਿਗੁਰੂ ਮਹਾਰਾਜ ਕਹਿ ਰਹੇ ਨੇ, ਸੰਗਤ ਕਰਕੇ, ਸੰਤਾਂ ਦੀ ਸੰਗਤ ਵਿੱਚ ਰਹਿ ਕੇ ਸਭ ਥਾਈਂ ਪਹੁੰਚ ਹੋ ਜਾਂਦੀ ਹੈ। ਗੁਰਮੁਖ ਪਿਆਰਿਆਂ ਦੀ ਸੰਗਤ ਵਿੱਚ ਰਹਿ ਕੇ ਭਾਵ ਉੱਚੀ ਆਤਮਿਕ ਅਵਸਥਾ ਬਣ ਜਾਂਦੀ ਹੈ। ਹੇ ਨਾਨਕ, ਸਾਧੂ ਦੀ ਸੰਗਤ ਵਿੱਚ ਮਨੁੱਖਾ ਜਨਮ ਦਾ ਫਲ ਮਿਲ ਜਾਂਦਾ ਹੈ। ਇਹ ਅੱਖਰੀ ਅਰਥ ਨੇ ਜੀ। ਸਤਿਗੁਰੂ ਮਹਾਰਾਜ ਇਸ ਪੰਕਤੀਆਂ ਅੰਦਰ ਗੁਰੂ ਅਰਜਨ ਸਾਹਿਬ ਮਹਾਰਾਜ ਵਾਰ-ਵਾਰ ਜ਼ਿਕਰ ਕਰ ਰਹੇ ਨੇ, ਕਹਿ ਰਹੇ ਨੇ, ਬਾਰ-ਬਾਰ ਸਾਧ ਦੀ ਗੱਲ ਕਰ ਰਹੇ ਨੇ ਮਹਾਰਾਜ। ਕੱਲ੍ਹ ਦੇ ਦੀਵਾਨਾਂ ਵਿੱਚ ਆਪਾਂ ਇੱਕ ਸੰਖੇਪ ਜੀ ਗੱਲ ਕੀਤੀ ਵੀ ਸਾਧ ਮਹਾਰਾਜ ਨੇ ਕਿਹਨੂੰ ਕਿਹਾ। ਕਿਸੇ ਵੱਖਰੇ ਪਹਿਰਾਵੇ ਵਾਲੇ ਨੂੰ ਨਹੀਂ ਕਿਹਾ। ਜਿਸ ਮਨੁੱਖ ਨੇ ਆਪਣੇ ਮਨ ਨੂੰ ਸੁਧਾਰ ਲਿਆ, ਜਿਹਦਾ ਮਨ ਦੈਵੀ ਗੁਣਾਂ ਨਾਲ ਭਰਪੂਰ ਹੋ ਗਿਆ, ਜਿਹਨੇ ਮਨ ਨੂੰ ਸਾਧ ਲਿਆ, ਉਹਨੂੰ ਮਹਾਰਾਜ ਨੇ ਸਾਧ ਕਿਹਾ। ਉਹਦੀ ਵਡਿਆਈ ਬਾਰੇ, ਉਹਦੀ ਸ਼ੋਭਾ ਬਾਰੇ ਗੁਰੂ ਅਰਜਨ ਸਾਹਿਬ ਮਹਾਰਾਜ ਆਪਣੀ ਪੰਕਤੀਆਂ ਅੰਦਰ, ਆਪਣੀ ਬਾਣੀ ਅੰਦਰ ਦੱਸ ਰਹੇ ਨੇ। ਅੱਗੇ ਸਤਿਗੁਰੂ ਮਹਾਰਾਜ 6 ਨੰਬਰ ਬੰਦ ਅੰਦਰ ਕਹਿ ਰਹੇ ਨੇ ਜੀ, ਪਾਤਸ਼ਾਹ ਜੀ ਸਮਝਾ ਰਹੇ ਨੇ, ਜਨਮ ਸਫਲ ਹੋ ਜਾਂਦਾ ਜਿਹੜਾ ਆਪਾਂ 5 ਨੰਬਰ ਬੰਦ ਵਿਚਾਰ ਰਹੇ ਸੀ, ਅਤੇ ਪਹੁੰਚ ਬਣ ਜਾਂਦੀ ਹੈ, ਆਤਮਿਕ ਅਵਸਥਾ ਉੱਚੀ ਬਣ ਜਾਂਦੀ ਹੈ। ਸਾਧਕ ਸੰਗ ਨਹੀਂ ਕਛਕਾਲ, ਦਰਸ਼ਨ ਭੇਟਤ ਹੋਤ ਨਿਹਾਲ। ਇੱਥੇ ਬੜੇ ਕਮਾਲ ਦੇ ਵਚਨ ਕਹੇ, ਜਿਹਨੂੰ ਧਿਆਨ ਨਾਲ ਸਮਝੋ ਜੀ। ਮਹਾਰਾਜ ਕਹਿੰਦੇ, ਸਾਧ ਜਨਾਂ ਦੀ ਸੰਗਤ ਵਿੱਚ ਰਿਹਾ ਤਾਂ ਪਾਦਕ ਤਪਣ ਦੀ ਲੋੜ ਨਹੀਂ ਪੈਂਦੀ, ਕਿਉਂਕਿ ਉਹਨਾਂ ਦਾ ਦਰਸ਼ਨ ਹੀ
ਕਰਕੇ ਹਿਰਦੇ ਵਿੱਚ ਖਿੜਾ ਪੈਦਾ ਹੋ ਜਾਂਦਾ। ਇਹਨੂੰ ਧਿਆਨ ਨਾਲ ਸਮਝੋ ਇਸ ਪੰਕਤੀ ਨੂੰ। ਕਈ ਵਾਰ ਸਾਡਾ ਜਿਹੜਾ ਆਮ ਲੋਕ ਨੇ ਨਾ, ਇੱਕ ਤਾਂ ਉਹ ਲੋਕ ਨੇ ਜਿਹੜੇ ਗੁਰਬਾਣੀ ਨਾਲ ਜੁੜੇ ਹੋਏ ਨੇ, ਜਿਹੜੀ ਸੰਗਤ ਗੁਰਬਾਣੀ ਪੜ੍ਹਦੀ ਹੈ, ਗੁਰਬਾਣੀ ਸੁਣਦੀ ਹੈ, ਉਹਨਾਂ ਨੂੰ ਪਤਾ ਵੀ ਗੁਰਬਾਣੀ ਦੇ ਮੁਤਾਬਕ ਸਾਧ ਕੌਣ ਹੁੰਦਾ। ਇੱਕ ਆਮ ਸਿੰਪਲ ਬੰਦਾ ਹੈ, ਉਹ ਸੋਚੇਗਾ ਵੀ ਜਿਹਦੇ ਇੱਕ ਵੱਖਰਾ ਪਹਿਰਾਵਾ ਪਾਇਆ ਹੋਵੇਗਾ, ਜਟਾਵਾਂ ਬਣਾਈਆਂ ਹੋਣਗੀਆਂ, ਜਿਹੜਾ ਤਪ ਕਰਦਾ ਹੋਵੇਗਾ, ਆਮ ਲੋਕ ਉਹ ਸੋਚਣਗੇ। ਪਰ ਗੁਰੂ ਅਰਜਨ ਸਾਹਿਬ ਦਾ ਕਹਿਣਾ ਕੀ ਹੈ, ਇੱਥੇ ਗੱਲ ਸਾਰੀ ਕਲੀਅਰ ਕਰੀ ਹੈ ਜੀ ਮਹਾਰਾਜ ਨੇ। ਥੋੜ੍ਹਾ ਧਿਆਨ ਨਾਲ ਸਮਝਿਓ। ਮੈਂ ਬਹੁਤ ਵਾਰ ਇਹ ਵੀ ਗੱਲ ਕੀਤੀ ਹੈ, ਜਦੋਂ ਮਹਾਰਾਜ ਨੇ ਬਾਣੀ ਵਿੱਚ ਭਗਤੀ ਦੀ ਗੱਲ ਕੀਤੀ ਨਾ, ਬੰਦਗੀ ਦੀ ਗੱਲ ਕੀਤੀ, ਬੰਦਗੀ ਕਰਨ ਵਾਸਤੇ, ਭਗਤੀ ਕਰਨ ਵਾਸਤੇ, ਨਾਮ ਜਪਣ ਵਾਸਤੇ ਸਰੀਰ ਨੂੰ ਕਸ਼ਟ ਦੀ ਲੋੜ ਨਹੀਂ ਹੈ। ਜੇ ਕਸ਼ਟ ਦੇਣਾ ਤਾਂ ਮਨ ਨੂੰ ਦੇ। ਸਾਰਾ ਵਿਗਾੜ ਪੈਦਾ ਕਰਨ ਵਾਲਾ ਕੌਣ ਆ? ਮਨ ਹੈ ਨਾ। ਬੰਦਗੀ ਕਿਹਨੇ ਕਰਨੀ ਹੈ? ਮਨ ਨੇ ਕਰਨੀ ਹੈ। ਇੱਥੇ ਅਸੀਂ ਸਰੀਰ ਤੇ ਜ਼ੋਰ ਲਾਈ ਜਾਂਦੇ ਹਾਂ। ਗੁਰਬਾਣੀ ਅੰਦਰ ਵਾਰ-ਵਾਰ ਮਨ ਦੀ ਗੱਲ ਕਿਉਂ ਕੀਤੀ ਕਿ ਮਨ ਜੀਤੈ ਜਗ ਜੀਤ, ਇਹ ਮਨ ਪੰਖੀ ਭਇਓ ਕਿਉਂ ਕੀਤੀ ਗਈ? ਕਿਉਂਕਿ ਸਰੀਰ ਨੂੰ ਡਰਾਈਵ ਕਰਨ ਵਾਲਾ, ਸਰੀਰ ਨੂੰ ਚਲਾਉਣ ਵਾਲਾ ਇੱਕ ਮਨ ਹੀ ਹੈ। ਜੇ ਮਨ ਮੰਨ ਜਾਵੇ, ਬਹੁਤ ਵਾਰੇ ਗੱਲਾਂ ਚੱਲਦੀਆਂ ਨੇ, ਆਪਾਂ ਅਕਸਰ ਦੀਵਾਨ ਵਿੱਚ ਗੱਲ ਕਰਦੇ ਹਾਂ, ਜੇ ਮਨ ਗੱਲ ਕਬੂਲ ਕਰ ਲਵੇ, ਸਮਝ ਲਵੇ। ਇੱਥੇ ਜਿਹੜੀ ਆਪਾਂ ਗੱਲ ਕਰ ਰਹੇ ਸੀ, 5 ਨੰਬਰ ਬੰਦ ਆਪਾਂ ਵਿਚਾਰਿਆ, 6 ਨੰਬਰ ਬੰਦ ਵਿੱਚ ਆਪਾਂ ਪੜ੍ਹ ਰਹੇ ਹਾਂ। ਸਾਧਕ ਸੰਗ ਨਹੀਂ ਕਸ਼ਕਾਲ। ਮਹਾਰਾਜ ਕਹਿੰਦੇ ਗੁਰਮੁਖ ਪਿਆਰਿਆਂ ਦੀ ਸੰਗਤ ਕਰਕੇ, ਸਾਧੂ ਦੀ ਸੰਗਤ ਕਰਕੇ ਕਿਸੇ ਪ੍ਰਕਾਰ ਦੀ ਕੋਈ ਘਾਲ ਦੀ ਲੋੜ ਨਹੀਂ ਪੈਂਦੀ। ਘਾਲ ਕਰਨਾ, ਘਾਲਣੀ ਦਾ ਅਰਥ ਕੀ ਹੈ? ਨਾ ਕਿਸੇ ਤਪ ਦੀ ਲੋੜ ਹੈ, ਫੋਕਟ ਜਿਹੜਾ ਤਪ ਕਿਹਾ ਮਹਾਰਾਜ ਨੇ, ਨਾ ਕਿਸੇ ਜਪ ਦੀ ਲੋੜ ਹੈ। ਜਪ ਕਿਹਨੇ ਕਰਨਾ? ਮਨ ਨੇ ਕਰਨਾ। ਇਹਦਾ ਅਰਥ ਇਹ ਬਣ ਗਿਆ, ਭਾਵ ਅਰਥ ਇਹ ਬਣ ਗਿਆ, ਬਾਹਰੀ ਤੌਰ ਤੇ ਧਾਰਮਿਕ ਭੇਖ, ਧਾਰਮਿਕ ਪਹਿਰਾਵਾ, ਵਿਖਾਵਾ ਕਰਨ ਦੀ ਲੋੜ ਨਹੀਂ ਹੈ। ਬਾਹਰੀ ਤੌਰ ਤੇ ਪਾਣੀ ਦਾ ਇੱਕ ਬਚਨ ਹੁੰਦਾ ਜੀ, ਬਾਬਾ ਕਬੀਰ ਸਾਹਿਬ ਜੀ ਕਹਿੰਦੇ, ਬਨਾਰਸੀ ਤਪ ਕਰੈ ਉਲਟ ਅਗਨ ਦਹਿ, ਕਾਇਆ ਕਲਪ ਕੀਜੈ। ਅੱਗੇ ਸ਼ਬਦ ਵਰਤਿਆ, ਰਾਮ ਨਾਮ ਸਰ ਤਉ ਨ ਪੂਜੈ, ਛੋੜ ਰੇ ਪਖੰਡੀ ਮਨ ਭੁੱਲੇ, ਕਪਟ ਨਾ ਕੀਜੈ, ਅੰਤ ਨਵੇਰਾ ਤੇਰੇ ਜੀ ਪੈ ਲੀਜੈ। ਹੁਣ ਇਹਨਾਂ ਬਾਬਾ ਕਬੀਰ ਸਾਹਿਬ ਦਾ ਸ਼ਬਦ ਹੈ, ਇਹਨੂੰ ਕਦੇ ਧਿਆਨ ਨਾਲ ਵਿਚਾਰਿਓ, ਪੜ੍ਹਿਓ। ਬਨਾਰਸ ਵਿੱਚ ਜਾ ਕਰਕੇ ਲੋਕ ਪੁੱਠਾ ਲਟਕ ਕੇ ਤਪ ਕਰਦੇ ਸੀ। ਕਾਹਦੇ ਵਾਸਤੇ? ਆਪਣੀ ਅੱਗ ਨੂੰ, ਆਪਣੇ ਸਰੀਰ ਨੂੰ ਅੱਗ ਦੇ ਦੁਆਲੇ, ਕਾਇਆ ਨੂੰ ਸਰੀਰ ਦੇ ਦੁਆਲੇ ਕਲਪਾਉਂਦੇ ਸੀ, ਤੜਫਾਉਂਦੇ ਸੀ। ਬਰਫੀਲੀਆਂ ਥਾਵਾਂ ਤੇ ਜਾ ਕੇ ਬਹਿਣਾ, ਇਹ ਗੁਰਮਤ ਦਾ ਇਹਨਾਂ ਚੀਜ਼ਾਂ ਨਾਲ ਸੰਬੰਧ ਨਹੀਂ। ਮਹਾਰਾਜ ਨੇ ਕਿਉਂ ਆਖਿਆ? ਮਹਾਰਾਜ ਕਹਿੰਦੇ, ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾ ਲਿਵਤਾਰ। ਲਿਵਤਾਰ ਦਾ ਆਖਰੀ ਅਰਥ ਕੀ ਹੁੰਦਾ ਜੀ? ਇੱਕ ਤਾਰ ਸਮਾਧੀ। ਚੁੱਪ ਕਦੇ ਹੋਇਆ ਮਨ? ਕਿੰਨੀਆਂ ਸਮਾਧੀਆਂ ਲਾ ਲੀਆਂ, ਕਿੰਨੇ ਤਪ ਕਰ ਲਏ ਨੇ, ਮਨ ਫਿਰ ਵੀ ਨਹੀਂ ਚੁੱਪ ਹੁੰਦਾ। ਗੁਰੂ ਸਾਹਿਬ ਜੀ ਕਹਿੰਦੇ, ਕੰਟਰੋਲ ਮਨ ਉੱਤੇ ਕਰ। ਸਰੀਰ ਨੂੰ ਖਪਾ ਕੇ ਕਿੰਨਾ ਜ਼ੋਰ ਲਾ ਲਿਆ। ਸਾਡੇ ਆਮ ਜਿਹੜੇ, ਮੈਂ ਗੱਲ ਵੀ ਆਮ ਲੋਕ ਇਹਨਾਂ ਚੀਜ਼ਾਂ ਨੂੰ ਇੱਕ ਧਰਮ ਦਾ, ਵੀ ਇਹ ਬਹੁਤ ਵੱਡਾ ਧਰਮ ਕਮਾ ਲਿਆ, ਬਹੁਤ ਵੱਡਾ ਪੁੰਨ ਕਮਾ ਲਿਆ। ਗੁਰਬਾਣੀ ਦੇ ਦਾਇਰੇ ਅੰਦਰ ਮਹਾਰਾਜ ਇਹਨਾਂ ਨੂੰ ਫੋਕਟ ਕਰਮ ਕਰਨ ਕਹਿੰਦੇ ਨੇ। ਗੁਰਬਾਣੀ ਦੇ ਮੁਤਾਬਕ ਸਤਿਗੁਰ ਮਹਾਰਾਜ ਨੇ ਕਿਉਂ ਗੱਲ ਆਖੀ? ਅੰਦਰੋਂ ਝੂਠੇ ਪੈ ਜਵਾਰ, ਦੁਨੀਆ ਅੰਦਰ ਫੈਲ, 68 ਤੀਰਥ ਜੇ ਨਾ ਆਵੇ ਉਤਰੇ ਨਾਹੀ ਮੈਲ। ਇਹ ਵੀ ਵਚਨ ਆਪਾਂ ਪੜ੍ਹਦੇ ਹਾਂ ਬਾਣੀ ਅੰਦਰ। ਸੋ ਕਹਿਣ ਦਾ ਭਾਵ ਇੱਥੇ ਇਹੀ ਹੈ ਜੀ, ਆਪਾਂ ਜਿਹੜੀ ਪੰਕਤੀ ਵਿਚਾਰ ਰਹੇ ਹਾਂ, ਸਾਧਕ ਸੰਗ ਨਹੀਂ ਕਸ਼ਕਾਲ। ਬਹੁਤੀ ਘਾਲਣਾ ਦੀ ਲੋੜ ਨਹੀਂ ਪੈਂਦੀ, ਜਿਹੜੀ ਅਸੀਂ ਸੰਸਾਰ ਅੰਦਰ ਘਾਲਣਾ ਵੇਖ ਰਹੇ ਹਾਂ। ਦਰਸ਼ਨ ਭੇਟਤ ਹੋਤ ਨਿਹਾਲ। ਗੁਰਮੁਖ ਪਿਆਰਿਆਂ ਦਾ ਦਰਸ਼ਨ ਹੀ ਬਹੁਤ ਵੱਡਾ ਤਪ ਹੈ। ਜੇ ਅਸੀਂ ਗੁਰਮੁਖ ਪਿਆਰਿਆਂ ਦਾ, ਰੱਬ ਦੇ ਪਿਆਰਿਆਂ ਦਾ ਦੀਦਾਰ ਕਰ ਲਈਏ ਨਾ, ਦਰਸ਼ਨ ਕਰ ਲਈਏ, ਮਨ ਨੂੰ ਅਸੀਂ ਬਹੁਤ ਵੱਡਾ ਤਪ ਕਰ ਲਿਆ। ਉਹਦੇ ਨਾਲ ਮਨ ਸੁਧਰ ਜਾਂਦਾ ਹੈ, ਸਬਰ ਜਾਂਦਾ ਹੈ। ਅੱਗੇ ਮਹਾਰਾਜ ਕਹਿ ਰਹੇ ਨੇ, ਸਾਧਕ ਸੰਗ ਕਲੁਖਤ ਹਰੈ, ਕਲੁਖਤ ਹਰੈ। ਸਾਧਕ ਸੰਗ ਨਰਕ ਪਰ ਹਰੈ। ਮਹਾਰਾਜ ਕਹਿੰਦੇ ਗੁਰਮੁਖ ਪਿਆਰਿਆਂ ਦਾ ਸੰਗਤ ਕਰਕੇ ਪਾਪ ਵਿਕਾਰ ਦੂਰ ਹੋ ਜਾਂਦੇ ਨੇ ਅਤੇ ਨਰਕ ਤੋਂ ਬੰਦਾ ਬਚ ਜਾਂਦਾ ਹੈ। ਇੱਥੇ ਮਹਾਰਾਜ ਕਿਹੜੇ ਨਰਕ ਦੀ ਗੱਲ ਕਰ ਰਹੇ ਨੇ? ਜਿਉਂਦੇ ਜੀ। ਜਿਉਂਦੇ ਜੀ ਹੀ ਬਹੁਤ ਬੰਦੇ ਅੱਜ ਵੀ ਵਿਚਾਰੇ ਨਰਕ ਭੋਗ ਰਹੇ ਨੇ। ਨਰਕ ਤੋਂ ਬੰਦਾ ਬਚ ਜਾਂਦਾ। ਸਾਧਕ ਸੰਗ ਇਹਾਂ ਉਹਾਂ ਸੁਹੇਲਾ।
ਗੁਰਮੁਖ ਪਿਆਰਿਆਂ ਦੀ ਸੰਗਤ ਕਰਕੇ, ਸਾਧੂ ਦੀ ਸੰਗਤ ਕਰਕੇ ਆ ਸਮਾਂ ਵੀ ਤੇ ਆਉਣ ਵਾਲਾ ਸਮਾਂ ਵੀ ਸੁਹੇਲਾ ਬਣ ਜਾਂਦਾ, ਸੁਖਦਾਇਕ ਬਣ ਜਾਂਦਾ। ਸਾਧ ਸੰਗ ਬਿਸ਼ਰਤ ਹਰ ਮੇਲਾ। ਪਾਤਸ਼ਾਹ ਜੀ ਕਹਿ ਰਹੇ ਨੇ ਗੁਰਮੁਖ ਪਿਆਰਿਆਂ ਦਾ ਸੰਗਤ ਕਰਕੇ ਵਿਛੜਿਆ ਹੋਇਆ ਦਾ ਮਿਲਾਪ ਹੋ ਜਾਂਦਾ ਹੈ। ਭਲੇ ਪੁਰਸ਼ਾਂ ਦੀ ਸੰਗਤ ਕਰਕੇ ਮਨ ਕਰਕੇ ਮੈਂ ਰੱਬ ਨਾਲੋਂ ਵਿਛੜਿਆ ਹੋਇਆ ਸੀ, ਜਿਹਨੂੰ ਮਹਾਰਾਜ ਕਹਿੰਦੇ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਵਿਛੜਨ ਦਾ ਮਹਾਰਾਜ ਨੇ ਕਾਰਨ ਦੱਸ ਦਿੱਤਾ ਨਾ, ਵੀ ਵਿਛੜਿਆ ਕਿਉਂ ਹੈ। ਰੱਬ ਕਦੇ ਕਿਸੇ ਨੂੰ ਵਿਛੋੜਦਾ ਥੋੜ੍ਹੀ ਹੈ। ਆਪਣੇ ਕੰਮਾਂ ਕਰਕੇ, ਆਪਣੇ ਸੁਭਾਅ ਕਰਕੇ ਸਾਡਾ ਨਾਤਾ ਦੂਰੀ ਬਣ ਗਈ ਹੈ। ਅੱਗੇ ਮਹਾਰਾਜ ਕਹਿ ਰਹੇ ਨੇ, ਜੋ ਇੱਛਾ ਸੋਈ ਫਲ ਪਾਵੈ, ਸਾਧਕ ਸੰਗ ਨਾ ਬਿਰਥਾ ਜਾਵੈ। ਜਿਹਦੀ ਇੱਛਾ ਬਣ ਗਈ, ਸੰਗਤ ਵਿੱਚ ਰਹਿਣ ਵਾਲੇ ਦੀ ਜੇ ਕੋਈ ਇੱਛਾ ਨਾ, ਇੱਛਾ ਮੁਤਾਬਕ ਉਹਨੂੰ ਫਲ ਵੀ ਮਿਲਦਾ। ਸਾਧਕ ਸੰਗ ਨਾ ਬਿਰਥਾ ਜਾਵੈ। ਸੰਗਤ ਕਰਨ ਵਾਲਾ, ਪਾਤਸ਼ਾਹ ਜੀ ਕਹਿ ਰਹੇ ਨੇ, ਜਿਹੜਾ ਸੰਗਤ ਕਰਦਾ ਹੈ, ਗੁਰਬਾਣੀ ਪੜ੍ਹਦਾ ਹੈ, ਗੁਰਬਾਣੀ ਸੁਣਦਾ ਹੈ, ਉਹ ਗੁਰੂ ਦੇ ਦਰ ਤੋਂ, ਸੰਗਤ ਵਿੱਚੋਂ ਕਦੇ ਖਾਲੀ ਨਹੀਂ ਜਾਂਦਾ। ਗੁਰੂ ਸਾਹਿਬ ਜੀ ਇਹ ਭਰੋਸਾ ਦਿਵਾ ਰਹੇ ਨੇ ਜੀ। ਗੁਰੂ ਦੇ ਘਰ ਵਿੱਚੋਂ, ਗੁਰੂ ਦੇ ਦਰ ਵਿੱਚੋਂ ਕੋਈ ਮਨੁੱਖ ਖਾਲੀ ਨਹੀਂ ਜਾਂਦਾ। ਇੱਛਾ ਮੁਤਾਬਕ ਉਹਦੀ ਇੱਛਾ ਪੂਰੀ ਹੁੰਦੀ ਹੈ। ਅਸੀਂ ਪੜ੍ਹਦੇ ਹਾਂ ਜੀ ਬਾਣੀ ਦਾ ਵਚਨ, ਪਾਤਸ਼ਾਹ ਜੀ ਕਹਿੰਦੇ, ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੇ ਬਸ ਹੈ ਕਾਮ ਧੇਨਾ। ਸਤਿਗੁਰੂ ਸਾਡੀਆਂ ਸਾਰੀਆਂ ਇੱਛਾਵਾਂ ਪੂਰੀਆਂ ਕਰਦਾ। ਸ਼ਰਤ ਇਹ ਹੈ, ਗੁਰੂ ਦੀ ਕਦੇ ਇੱਕ ਗੱਲ ਧਿਆਨ ਨਾਲ ਸੁਣ ਕੇ ਵੇਖ, ਤੇਰੀਆਂ ਹਜ਼ਾਰਾਂ ਇੱਛਾ ਗੁਰੂ ਪੂਰੀਆਂ ਕਰ ਦੂਗਾ। ਇੱਛਾ ਵਿੱਚ ਵੀ ਫਰਕ ਹੁੰਦਾ ਨਾ ਜੀ। ਫਿਰ ਇੱਛਾ ਵੀ ਗੁਰੂ ਮੁਤਾਬਕ ਬਣ ਜਾਂਦੀ ਹੈ, ਮੰਗਣਾ ਵੀ ਗੁਰੂ ਮੁਤਾਬਕ ਬਣ ਜਾਂਦਾ। ਇੱਥੇ ਹੀ ਮਹਾਰਾਜ ਸਮਝਾ ਰਹੇ ਨੇ, ਦੱਸ ਰਹੇ ਨੇ, ਸਾਧਕ ਸੰਗ ਨਾ ਬਿਰਥਾ ਜਾਵੈ, ਪਾਰ ਬ੍ਰਹਮ ਸਾਧ ਰਿਦ ਵਸੈ, ਨਾਨਕ ਉਧਰੈ ਸਾਧ ਸੁਨ ਰਸੈ। ਪਾਰ ਬ੍ਰਹਮ ਸਾਧ ਰਿਦ, ਪਾਰ ਬ੍ਰਹਮ ਪਰਮਾਤਮਾ ਸਾਧੂ ਦੇ ਹਿਰਦੇ ਅੰਦਰ ਵਸਦਾ ਹੈ। ਨਾਨਕ ਉਧਰੈ ਸਾਧ ਸੁਨ ਰਸੈ। ਹੇ ਨਾਨਕ, ਉਹ ਮਨੁੱਖ ਤਰ ਜਾਂਦਾ ਹੈ ਜਿਹੜਾ ਗੁਰਮੁਖਾਂ ਦੀ ਸੰਗਤ ਕਰਦਾ ਅਤੇ ਗੁਰਮੁਖ ਪਿਆਰੀਆਂ ਦੀਆਂ ਵਿਚਾਰਾਂ ਨੂੰ ਸੁਣ ਕੇ ਜ਼ਿੰਦਗੀ ਵਿੱਚ ਰਸ ਆ ਜਾਂਦਾ ਹੈ, ਜ਼ਿੰਦਗੀ ਵਿੱਚ ਖੇੜਾ ਆ ਜਾਂਦਾ ਹੈ, ਟਿਕਾ ਆ ਜਾਂਦਾ ਹੈ, ਹਿਰਦੇ ਅੰਦਰ ਉਹ ਵਸ ਜਾਂਦਾ ਹੈ। ਅਤੇ ਜਿਹੜੀ ਸਾਡੀ ਜੀਭ ਹੈ ਉਹ ਮਾਲਕ ਦੇ ਨਾਮ ਅੰਦਰ ਰੰਗੀ ਜਾਂਦੀ ਹੈ, ਰਤੀ ਜਾਂਦੀ ਹੈ। ਸਾਧਕ ਸੰਗ ਸੁਨੋ ਹਰ ਨਾਉ, ਸਾਧ ਸੰਗ ਹਰ ਕੇ ਗੁਣ ਗਾਓ। ਮਹਾਰਾਜ ਕਹਿੰਦੇ, ਸਾਧੂ ਦੇ ਸੰਗ, ਗੁਰਮੁਖਾਂ ਦੀ ਸੰਗਤ ਵਿੱਚ ਰਹਿ ਕੇ ਨਾਮ ਨੂੰ ਸੁਣ, ਨਾਮ ਨੂੰ ਜਪ। ਸਾਧ ਸੰਗ ਹਰ ਕੇ ਗੁਣ ਗਾਓ। ਗੁਰਮੁਖਾਂ ਦੀ ਸੰਗਤ ਵਿੱਚ ਰਹਿ ਕੇ ਪਰਮਾਤਮਾ ਦੇ ਗੁਣ ਗਾਇਆ ਕਰੋ। ਸਾਧਕ ਸੰਗ ਮਨ ਤੇ ਸਭ ਵਿਸਰੈ, ਸਾਧ ਸੰਗ ਸਰ ਪਰ ਨਿਸਤਰੈ। ਗੁਰਮੁਖਾਂ ਦੀ ਸੰਗਤ ਵਿੱਚ ਰਹਿ ਕੇ ਮਨ ਦੇ ਉੱਤੋਂ ਵਿਕਾਰ ਵਿਸਰ ਜਾਂਦੇ ਨੇ, ਦੂਰ ਹੋ ਜਾਂਦੇ ਨੇ। ਸਾਧ ਸੰਗ ਸਰ ਪਰ ਨਿਸਤਰੈ, ਅਤੇ ਸੰਗਤ ਵਿੱਚ ਰਹਿ ਕੇ ਮਨੁੱਖ ਤਰ ਜਾਂਦਾ ਹੈ। ਜੇ ਕੋਈ ਸੰਗਤ ਵਿੱਚ ਆਉਣਾ ਸ਼ੁਰੂ ਹੋ ਜੇ, ਮਹਾਰਾਜ ਕਹਿੰਦੇ ਉਹ ਤਰ ਜਾਂਦਾ। ਸਾਧਕ ਸੰਗ ਲੱਗੈ ਭਰਾ ਮਿੱਠਾ, ਸਾਧੂ ਕੈ ਸੰਗ ਸਾਧਕ ਸੰਗ ਘਟ ਘਟ ਡਿੱਠਾ। ਗੁਰਮੁਖਾਂ ਦੀ ਸੰਗਤ ਵਿੱਚ ਰਹਿ ਕਰਕੇ ਰੱਬ ਦਾ ਨਾਮ, ਰੱਬ ਦੀ ਵਡਿਆਈ, ਰੱਬ ਦੀ ਸ਼ੋਭਾ ਚੰਗੀ ਲੱਗਦੀ ਹੈ, ਮਿੱਠੀ ਲੱਗਦੀ ਹੈ। ਸਾਧਕ ਸੰਗ ਘਟ ਘਟ ਡਿੱਠਾ, ਸਮਝ ਆ ਗਈ। ਗੁਰਮੁਖਾਂ ਦੀ ਸੰਗਤ ਵਿੱਚ ਰਹਿ ਕਰਕੇ ਪ੍ਰਮਾਤਮਾ ਹਰੇਕ ਹਿਰਦੇ ਅੰਦਰ, ਹਰੇਕ ਘਟ ਦੇ ਅੰਦਰ, ਹਰੇਕ ਸਰੀਰ ਦੇ ਅੰਦਰ ਵਸਿਆ ਹੋਇਆ ਹੈ। ਅੱਗੇ ਸਤਿਗੁਰੂ ਜੀ ਕਹਿ ਰਹੇ ਨੇ ਜੀ, ਸਾਧ ਸੰਗ ਭਈ ਆਗਿਆਕਾਰੀ, ਸਾਧ ਸੰਗਤ ਭਈ ਹਮਾਰੀ। ਸੰਗਤ ਵਿੱਚ ਰਹਿ ਕਰਕੇ ਮਨੁੱਖ ਆਗਿਆਕਾਰੀ ਬਣ ਜਾਂਦਾ ਹੈ, ਆਗਿਆ ਵਿੱਚ ਰਹਿਣ ਲੱਗ ਜਾਂਦਾ ਹੈ, ਉਹ ਰੱਬ ਦੀ ਰਜ਼ਾ ਨੂੰ ਸਮਝ ਲੈਂਦਾ ਹੈ। ਸਾਧ ਸੰਗ ਗਤ ਭਈ ਹਮਾਰੀ, ਗਤੀ ਹੋ ਗਈ ਸਾਡੀ। ਹੁਣ ਗਤੀ ਨੂੰ ਦੂਸਰੇ ਪਾਸੇ ਨਾ ਲੈ ਜਾਓ ਜੀ। ਗਤੀ ਤਾਂ ਬੜੇ ਤਰੀਕਿਆਂ ਨਾਲ ਕੀਤੀ ਜਾਂਦੀ ਹੈ ਇੱਥੇ ਸੰਸਾਰ 'ਤੇ, ਪਰ ਉਹਨੂੰ ਗਤੀ ਨਹੀਂ ਕਹਿ ਸਕਦੇ। ਉਹ ਤਾਂ ਇੱਕ ਅਡੰਬਰ ਰਚਿਆ ਹੋਇਆ ਹੈ।
ਗਤੀ ਦਾ ਅਰਥ ਹੈ ਗਤ ਹੋ ਜਾਣੀ, ਆਤਮਾ ਨੂੰ ਸਕੂਨ ਮਿਲ ਜਾਣਾ, ਆਤਮਾ ਨੂੰ ਸਬਰ ਮਿਲ ਜਾਣਾ, ਟਿਕਾ ਮਿਲ ਜਾਣਾ, ਵਿਕਾਰਾਂ ਤੋਂ ਖਲਾਸੀ ਹੋ ਗਈ, ਮਾੜੇ ਕੰਮਾਂ ਤੋਂ ਖਲਾਸੀ ਹੋ ਗਈ। ਸਾਧਕ ਸੰਗ ਮਿਟੈ ਸਭ ਰੋਗ, ਨਾਨਕ ਸਾਧ ਭੇਟੇ ਸੰਜੋਗ। ਗੁਰਮੁਖਾਂ ਦੀ ਸੰਗਤ ਵਿੱਚ ਰਹਿ ਕਰਕੇ ਸਾਰੇ ਰੋਗ ਮਿਟ ਜਾਂਦੇ ਨੇ। ਮਹਾਰਾਜ ਕਹਿੰਦੇ ਨਾਨਕ ਸਾਧ ਭੇਟੇ ਸੰਜੋਗ। ਪਾਤਸ਼ਾਹ ਜੀ ਇੱਥੇ ਸੰਜੋਗ ਦਾ ਅਰਥ ਹੈ ਜੀ ਭਾਗਾਂ ਨਾਲ। ਸੰਜੋਗ ਬਣਦੇ ਨੇ, ਭਾਗ ਬਣਦੇ ਨੇ। ਭਾਗਾਂ ਨਾਲ ਅਸੀਂ ਉਹਨਾਂ ਗੁਰਮੁਖ ਪਿਆਰਿਆਂ ਦੀ ਸੰਗਤ ਵਿੱਚ ਰਹਿ ਕੇ ਆਪਣੇ ਆਪੇ ਨੂੰ ਸਵਾਰਦੇ। ਅੱਗੇ ਮਹਾਰਾਜ 8 ਨੰਬਰ ਬੰਦ ਅੰਦਰ ਕਹਿ ਰਹੇ ਨੇ ਜੀ, ਸਾਧ ਕੀ ਮਹਿਮਾ ਵੇਦ ਨਾ ਜਾਣੈ, ਜੇਤਾ ਸੁਣੈ ਤੇਤਾ ਵਖਿਆਨੈ। ਸਾਧੂ ਦੀ ਵਡਿਆਈ, ਸਾਧੂ ਦੀ ਮਹਿਮਾ ਵੇਦ ਨਹੀਂ ਜਾਣਦੇ, ਵੇਦ ਵੀ ਨਹੀਂ ਜਾਣਦੇ। ਹੁਣ ਮਹਾਰਾਜ ਨੇ ਸਾਧੂ ਨੂੰ ਕਿੱਡਾ ਵੱਡਾ ਦਰਜਾ ਦਿੱਤਾ। ਪਹਿਲਾਂ ਇੱਕ ਗੱਲ ਚੇਤੇ ਰੱਖਿਓ, ਸਾਧੂ ਬਿਰਤੀ ਦਾ ਨਾਮ ਮਹਾਰਾਜ ਕਹਿ ਰਹੇ ਨੇ। ਸਾਧ ਬਿਰਤੀ ਦੇ ਬੰਦੇ, ਸਾਧ ਬਿਰਤੀ ਦੇ ਲੋਕ, ਭਲੇ ਪੁਰਸ਼ ਅੱਜ ਵੀ ਨੇ ਸਾਡੇ ਸੰਸਾਰ ਅੰਦਰ। ਅੱਗੇ ਮਹਾਰਾਜ ਕਹਿ ਰਹੇ ਨੇ ਜੇਤਾ ਸੁਣੇ ਤੇਤਾ ਵਖਿਆਨੈ। ਉਹ ਜਿਤਨਾ ਸੁਣਦੇ ਹਨ ਉਤਨਾ ਹੀ ਬਿਆਨ ਕਰਦੇ ਹਨ, ਪਰ ਸਾਧ ਦੀ ਮਹਿਮਾ ਬਿਆਨ ਤੋਂ ਪਰੇ ਹੈ। ਕਿੱਡੀ ਵੱਡੀ ਗੱਲ ਕਹਿ ਦਿੱਤੀ ਜੀ। ਸਾਧੂ ਦੀ ਮਹਿਮਾ ਬਿਆਨ ਨਹੀਂ ਕੀਤੀ ਜਾ ਸਕਦੀ। ਅੱਗੇ ਮਹਾਰਾਜ ਕਹਿ ਰਹੇ ਨੇ ਸਾਧ ਕੀ ਉਪਮਾ ਤੇ ਗੁਣ ਤੇ ਦੂਰ, ਸਾਧ ਕੀ ਉਪਮਾ ਰਹੀ ਭਰਪੂਰ। ਸਾਧੂ ਦੀ ਉਪਮਾ ਨਾ ਜਿਹੜੀ 3 ਗੁਣਾਂ ਤੋਂ ਦੂਰ ਹੈ। ਸਤਿਗੁਰੂ ਜੀ ਕਹਿ ਰਹੇ ਨੇ ਭਾਵ ਜਗਤ ਦੀ ਰਚਨਾ ਵਿੱਚ ਕੋਈ ਅਜਿਹੀ ਹਸਤੀ ਨਹੀਂ ਹੈ ਜਿਸ ਨੂੰ ਸਾਧ ਵਰਗਾ ਕਿਹਾ ਜਾ ਸਕੇ। ਸਾਧ ਦੀ ਸਮਾਨਤਾ ਉਸ ਪ੍ਰਭੂ ਨਾਲ ਹੀ ਹੋ ਸਕਦੀ ਹੈ ਜੋ ਸਾਰੇ ਥਾਂ ਤੇ ਵਿਆਪਕ ਹੈ, ਜਿਹਨੂੰ ਮਹਾਰਾਜ ਕਹਿੰਦੇ ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗ ਪਾਨੀ। ਅੱਗੇ ਸਤਿਗੁਰੂ ਜੀ ਸਮਝਾ ਰਹੇ ਨੇ ਜੀ, ਸਾਧ ਕੀ ਸ਼ੋਭਾ ਕਾ ਨਹੀਂ ਅੰਤ, ਸਾਧ ਕੀ ਸ਼ੋਭਾ ਸਦਾ ਬੇਅੰਤ। ਉਹਦੀ ਸ਼ੋਭਾ ਦਾ ਅੰਤ ਨਹੀਂ, ਉਹਦੀ ਸ਼ੋਭਾ ਬੇਅੰਤ ਹੈ। ਅੱਗੇ ਮਹਾਰਾਜ ਕਹਿ ਰਹੇ ਨੇ ਸਾਧ ਕੀ ਸ਼ੋਭਾ ਊਚ ਤੇ ਉੱਚੀ, ਸਾਧ ਕੀ ਸ਼ੋਭਾ ਮੂਚ ਤੇ ਮੂਚੀ। ਵੱਡੀ ਤੋਂ ਵੱਡੀ ਹੈ ਉਹਦੀ ਵਡਿਆਈ, ਉਹਦਾ ਨਾਮਣਾ। ਸਾਧ ਕੀ ਸੇਵਾ ਸਾਧ ਬਨਿਆਈ, ਨਾਨਕ ਸਾਧ ਪ੍ਰਭ ਭੇਦ ਨਾ ਭਾਈ। ਅਖੀਰ ਦੇ ਵਿੱਚ ਮਹਾਰਾਜ ਨੇ ਨਿਚੋੜ ਕੱਢ ਦਿੱਤਾ ਸਾਰਾ ਹੀ ਜੀ, ਤੱਤ ਦਿੱਤਾ ਸਾਨੂੰ। ਸਾਧੂ ਦੀ ਸ਼ੋਭਾ ਸਾਧੂ ਨੂੰ ਹੀ ਫਬਦੀ ਹੈ, ਕਿਉਂਕਿ ਹੇ ਨਾਨਕ ਆਖ ਹੈ ਭਾਈ ਸਾਧੂ ਤੇ ਪ੍ਰਭੂ ਵਿੱਚ ਕੋਈ ਫਰਕ ਨਹੀਂ ਹੈ। ਸਾਧੂ ਤੇ ਪ੍ਰਭੂ ਵਿੱਚ ਕੋਈ ਫਰਕ ਨਹੀਂ। ਇੱਥੇ ਅਸ਼ਟਪਦੀ ਸਮਾਪਤ ਹੁੰਦੀ ਹੈ ਜੀ। ਇਹ ਗੱਲ ਚੇਤੇ ਰੱਖਿਓ, ਆਪਾਂ ਇੱਥੇ ਵਾਰ-ਵਾਰ ਸਾਧੂ ਦੀ ਗੱਲ ਕੀਤੀ ਹੈ। ਥੋੜਾ ਭਾਵ ਨੂੰ ਵੀ ਸਮਝਣ ਦਾ ਯਤਨ ਕੀਤਾ ਵੀ ਇਹਦਾ ਭਾਵ ਕੀ ਬਣਦਾ। ਮੈਂ ਅਕਸਰ ਬੇਨਤੀ ਕਰਦਾ ਵੀ ਇਸ ਜਦੋਂ ਬਾਣੀ ਵਿੱਚ ਸਾਧ ਦੀ ਗੱਲ ਤੁਰਦੀ ਹੈ ਨਾ, ਇੱਥੇ ਕਿਸੇ ਚਿਲਮਾ ਪੀਣ ਵਾਲੇ ਬਾਬੇ ਨੂੰ ਸਾਧ ਨਹੀਂ ਕਿਹਾ ਜਾ ਰਿਹਾ। ਚੇਤੇ ਕਰ ਲਿਓ ਗੱਲ ਨੂੰ, ਧਿਆਨ ਨਾਲ ਸਮਝ ਲਿਓ। ਸਾਧ ਜਿਸ ਅੰਦਰ ਦੈਵੀ ਗੁਣ ਨੇ, ਜਿਹਨੇ ਆਪਣੇ ਆਪ ਨੂੰ ਸਵਾਰ ਲਿਆ, ਘੜ ਲਿਆ। ਕਿਸੇ ਪਹਿਰਾਵੇ ਨੂੰ ਨਹੀਂ ਸਾਧ ਕਿਹਾ ਜਾ ਰਿਹਾ, ਕਿਸੇ ਭੇਖ ਨੂੰ ਨਹੀਂ ਸਾਧ ਕਿਹਾ ਜਾ ਰਿਹਾ, ਕਿਉਂਕਿ ਸੁਖਮਨੀ ਸਾਹਿਬ ਦੀ ਬਾਣੀ ਮਾਤਾਵਾਂ ਭੈਣਾਂ ਅਕਸਰ ਪੜ੍ਹਦੀਆਂ ਨੇ। ਥੋੜ੍ਹਾ ਗੁਰਬਾਣੀ ਦਾ ਜਿਹੜਾ ਭਾਵ ਅਰਥ ਹੈ ਨਾ, ਉਹਨੂੰ ਥੋੜ੍ਹਾ ਡੂੰਘਾਈ ਨਾਲ ਇੱਥੇ ਨਸ਼ਾ ਕਰਨ ਵਾਲਿਆਂ ਨੂੰ ਮਸਤ ਕਹਿ ਕੇ, ਸਾਧ ਕਹਿ ਕੇ ਵੀ ਇਹ ਰੱਬ ਦੇ ਨੇੜੇ ਨੇ। ਰੱਬ ਨੇ ਇਹ ਚੀਜ਼ਾਂ ਤੋਂ ਤਾਂ ਦੂਰ ਕੀਤਾ ਸਾਨੂੰ, ਇਹ ਚੀਜ਼ਾਂ ਤੋਂ ਤਾਂ ਮਹਾਰਾਜ ਦੂਰ ਕਰਦੇ ਨੇ, ਪਰ ਸਾਡਾ ਸੰਸਾਰ ਅੱਜ ਵੀ ਹਨੇਰੇ ਵਿੱਚ ਹੈ। ਕਿਰਪਾ ਕਰਕੇ ਗੁਰਬਾਣੀ ਦੀਆਂ ਪੰਕਤੀਆਂ ਨੂੰ, ਗੁਰਬਾਣੀ ਦੇ ਭਾਵ ਨੂੰ ਥੋੜ੍ਹਾ ਗੌਰ ਨਾਲ, ਮੈਂ ਅਕਸਰ ਬੇਨਤੀ ਕਰਦਾ, ਪਹਿਲਾਂ ਗੁਰਬਾਣੀ ਦੇ ਭਾਵ ਅਰਥ ਨੇ, ਪਹਿਲਾਂ ਗੁਰਬਾਣੀ ਦੇ ਪੱਖਰੀ ਅਰਥ ਪੜ੍ਹਦੇ ਹਾਂ, ਉਸ ਤੋਂ ਬਾਅਦ ਗੁਰਬਾਣੀ ਦੇ ਭਾਵ ਕੀ ਹੈ, ਇਹਦਾ ਭਾਵ ਅੰਦਰੂਨੀ ਭਾਵ ਕੀ ਬਣਦਾ। ਥੋੜ੍ਹਾ ਧਿਆਨ ਨਾਲ ਸਮਝਿਆ ਕਰੀਏ ਤਾਂ ਕਿ ਅਸੀਂ ਲੜੀ ਨਾਲ ਜੁੜ ਕੇ ਬਾਣੀ ਨੂੰ ਸਮਝ ਸਕੀਏ, ਵਿਚਾਰ ਸਕੀਏ। ਗੁਰਬਾਣੀ ਦਾ ਜਿਹੜਾ ਸੰਦਰਭ ਹੈ, ਗੁਰਬਾਣੀ ਦੇ ਅਰਥ ਨੇ, ਗੁਰਬਾਣੀ ਵਿੱਚੋਂ ਕੀਤੇ ਜਾ ਸਕਣ। ਗੁਰੂ ਕਿਰਪਾ ਕਰੇ ਜੀ। ਆਓ ਗੁਰਮੁਖੋ ਲੜੀਵਾਰ ਇਤਿਹਾਸ ਨਾਲ ਜੁੜੀਏ। ਸਮਾਂ ਸੀਮਤ ਹੁੰਦਾ ਆਪਣੇ ਕੋਲ। ਆਪਾਂ ਜਿਹੜੀ ਵਿਚਾਰ ਕਰ ਰਹੇ ਸੀ ਲੜੀਵਾਰ, ਔਰੰਗਜ਼ੇਬ ਦੀਆਂ ਵੱਧ ਰਹੀਆਂ ਪਰੇਸ਼ਾਨੀਆਂ ਬਾਰੇ ਗੱਲ ਕਰ ਰਹੇ ਸੀ। ਆਪਾਂ ਗੱਲ ਕੀਤੀ ਸੀ ਜੀ ਨਦੌਣ ਦਾ ਯੁੱਧ। ਸੰਖੇਪ ਮੋਟਾ ਮੈਂ ਦੁਬਾਰਾ ਫਿਰ ਦੱਸ ਦਿੰਦਾ। ਨਦੌਣ ਦਾ ਯੁੱਧ ਜਿੱਤ ਲਿਆ ਸੀ ਗੁਰੂ ਸਾਹਿਬ ਜੀ ਨੇ। ਯੁੱਧ ਲੱਗਣ ਦਾ ਕਾਰਨ ਆਪਾਂ ਸਮਝਿਆ ਸੀ ਵੀ ਔਰੰਗਜ਼ੇਬ ਦੱਖਣ ਦੇ ਵਿੱਚ ਸੀ,
ਔਰੰਗਜ਼ੇਬ ਬੰਗਾਲ, ਮਥੁਰਾ, ਪੰਜਾਬ ਦੀ ਜਿਹੜੀ ਧਰਤੀ ਹੈ, ਮਾਮਲਾ ਉਗਰਾਉਣ ਲਈ ਕਹਿੰਦਾ ਪਹਾੜੀ ਰਾਜਿਆਂ ਨੂੰ, ਆਪਣੇ ਅਹਿਲਕਾਰ ਭੇਜਦਾ, ਆਪਣੇ ਸਿਪਾਹੀ ਭੇਜਦਾ। ਬਗਾਵਤ ਵੀ ਕੀਤੀ ਸੀ ਵੀ ਅਸੀਂ ਪੰਜਾਬ ਦਾ ਜਿਹੜਾ ਫਸਲ ਹੈ, ਪੰਜਾਬ ਦਾ ਮਾਲ ਧਨ ਅਸੀਂ ਕਿਉਂ ਦਈਏ ਦੂਸਰਿਆਂ ਨੂੰ। ਉਸ ਤੋਂ ਬਾਅਦ ਜੋ ਅੱਗੇ ਆਪਾਂ ਇੱਕ ਲੜੀ ਵਿਚਾਰਦੇ ਆ ਰਹੇ ਸੀ, ਨਦੌਣ ਦੇ ਮੈਦਾਨ ਵਿੱਚ ਇੱਕ ਯੁੱਧ ਲੱਗਦਾ। ਇਹ ਯੁੱਧ ਸਤਿਗੁਰੂ ਦੀ ਸਹਾਇਤਾ ਨਾਲ ਪਹਾੜੀ ਜਿੱਤਦੇ ਨੇ। ਸਤਿਗੁਰੂ ਮਹਾਰਾਜ ਦੀ ਇਸ ਯੁੱਧ ਵਿੱਚ ਬਹੁਤ ਵੱਡੀ ਜਿੱਤ ਹੁੰਦੀ ਹੈ। ਜੰਮੂ ਦੀ ਧਰਤੀ 'ਤੇ ਔਰੰਗਜ਼ੇਬ ਆਪਣੇ ਅਹਿਲਕਾਰ ਭੇਜਦਾ, ਆਪ ਦੱਖਣ ਦੇ ਵਿੱਚ ਹੈ। 25 ਸਾਲ ਦਾ ਸਮਾਂ ਔਰੰਗਜ਼ੇਬ ਨੇ ਦੱਖਣ ਵਿੱਚ ਬਤੀਤ ਕੀਤਾ, ਦੱਖਣ ਵੱਲ। ਉਸ ਤੋਂ ਬਾਅਦ ਔਰੰਗਜ਼ੇਬ ਦਾ ਇੱਕ ਫਰਮਾਨ ਆਉਂਦਾ ਜੀ, ਅਤੇ ਉਹ ਔਰੰਗਜ਼ੇਬ ਇਬਰਾਹਿਮ ਖਾਨ ਨੂੰ ਗਵਰਨਰ ਥਾਪਦਾ। ਦੱਖਣ ਵਿੱਚ ਔਰੰਗਜ਼ੇਬ ਨੇ ਜਦੋਂ ਇਹ ਖਬਰਾਂ ਮਿਲੀਆਂ ਨਾ ਔਰੰਗਜ਼ੇਬ ਨੂੰ ਕਿ ਪੰਜਾਬ ਵਿੱਚ ਜਿਹੜੇ ਟੈਕਸ ਸੀ, ਜਿਹੜਾ ਕਰ ਸੀ, ਮਾਲੀਆ ਉਗਰਾਉਣਾ ਸੀ, ਔਰੰਗਜ਼ੇਬ ਨੇ ਆਪਣੇ ਅਹਿਲਕਾਰ ਭੇਜੇ ਸੀ, ਪਰ ਉਹ ਉਗਰਾ ਨਾ ਸਕਿਆ ਕਿਉਂਕਿ ਉਹ ਸਮਝਦਾ ਸੀ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਭ ਤੋਂ ਵੱਡੀ ਰੁਕਾਵਟ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪਹਾੜੀ ਰਾਜਿਆਂ ਦੀ ਸਹਾਇਤਾ ਵੀ ਕੀਤੀ ਹੈ, ਉਹ ਬਹੁਤ ਵੱਡੀ ਰੁਕਾਵਟ ਕਰ ਰਹੇ ਨੇ। ਉਸ ਨੇ ਨਾ ਇੱਕ ਇੱਥੇ ਨਾਂ ਆਇਆ ਜੀ, ਕਿਲਕਿਲਾ ਨਾਮ ਦਾ ਸਥਾਨ। ਕਿਲਕਿਲਾ ਨਾਮ ਦੇ ਸਥਾਨ ਤੋਂ ਔਰੰਗਜ਼ੇਬ ਨੇ 20 ਨਵੰਬਰ 1693 ਈਸਵੀ ਨੂੰ ਇਸ ਭਾਵ ਦਾ ਇੱਕ ਫਰਮਾਨ ਭੇਜਿਆ। ਗੁਰੂ ਸਾਹਿਬ ਜੀ ਨੂੰ ਫਰਮਾਨ ਦੇ ਵਿੱਚ ਔਰੰਗਜ਼ੇਬ ਲਿਖਦਾ, ਇੱਕ ਚਿੱਠੀ ਪੱਤਰ ਲਿਖਦਾ, ਤੁਸੀਂ ਸਾਧੂ ਬਣ ਕੇ ਰਹੋ, ਸਿੱਖਾਂ ਪਾਸੋਂ ਸੱਚਾ ਪਾਤਸ਼ਾਹ ਨਾ ਖਵਾਓ। ਔਰੰਗਜ਼ੇਬ ਲਿਖਦਾ, ਤੁਸੀਂ ਤਖਤਾਂ 'ਤੇ ਨਾ ਬੈਠੋ, ਤੁਸੀਂ ਅਰਬੀ ਘੋੜੇ ਨਾ ਰੱਖੋ, ਵਧੀਆ ਹਾਥੀ ਨਾ ਰੱਖੋ, ਸ਼ਿਕਾਰ ਨਾ ਤੁਸੀਂ ਕਰੋ, ਤੁਸੀਂ ਇੱਕ ਇੱਥੇ ਲਿਖਿਆ ਫੌਜਾਂ ਨਾ ਰੱਖੋ, ਇੱਕ ਝਰੋਖੇ ਵਿੱਚ ਬਹਿ ਕੇ ਦਰਸ਼ਨ ਦੇ ਦਿਆ ਕਰੋ ਅਤੇ ਸਿੱਖਾਂ ਤੋਂ ਆਪਣੇ ਆਪ ਨੂੰ ਮੱਥੇ ਟਿਕਾਈ ਜਾਓ। ਸਿੱਖ ਤੁਹਾਡੀ ਪੂਜਾ ਕਰਨਗੇ, ਤੁਹਾਨੂੰ ਮੱਥੇ ਟੇਕਣਗੇ, ਤੁਹਾਡੀ ਜੈ ਜੈਕਾਰ ਹੋ ਜਾਵੇਗੀ, ਪਰ ਤੁਸੀਂ ਮੇਰੇ ਨਾਲ ਟੱਕਰ ਨਾ ਲਓ। ਔਰੰਗਜ਼ੇਬ ਦੀ ਇਹ ਲਿਖਤ ਹੈ ਜੀ, ਕਿਲਕਿਲਾ ਨਾਮ ਦੇ ਸਥਾਨ ਤੋਂ ਇਹ ਲਿਖਤ ਸਤਿਗੁਰੂ ਮਹਾਰਾਜ ਨੂੰ ਭੇਜੀ ਗਈ। ਇਹ ਲਿਖਤ ਮਹਾਰਾਜ ਨੂੰ ਇਹ ਲਿਖਤ ਭੇਜੀ ਗਈ ਵੀ ਤੁਸੀਂ ਬਾਦਸ਼ਾਹ ਖਵਾਉਣਾ ਛੱਡ ਦਿਓ, ਤੁਸੀਂ ਬਾਦਸ਼ਾਹ ਨਾ ਖਵਾਓ, ਅਤੇ ਜੇ ਤੁਸੀਂ ਇਹ ਫਰਮਾਨ ਮੇਰਾ ਨਹੀਂ ਮੰਨਦੇ, ਅੱਗੇ ਲਿਖਦਾ ਔਰੰਗਜ਼ੇਬ, ਜੇ ਤੁਸੀਂ ਇਹ ਮੇਰਾ ਫਰਮਾਨ ਨਹੀਂ ਮੰਨਦੇ ਤਾਂ ਮੈਂ ਬਹੁਤ ਕੁਝ ਕਰ ਸਕਦਾ, ਘਰ ਘਾਟ ਸੀ ਜਿਹੜੇ ਉਹ ਤਬਾਹ ਕਰ ਸਕਦਾ। ਹੋਰ ਵੀ ਉਹਨੇ ਬਹੁਤ ਉਪਰਾਲੇ ਕੀਤੇ ਜੀ, ਪਰ ਮਹਾਰਾਜ ਸ਼ਾਹੀ ਠਾਠ ਬਾਠ ਨਾਲ ਰਹਿੰਦੇ ਨੇ, ਹਾਥੀ ਘੋੜੇ ਸਭ ਕੁਝ ਹੈ ਸਤਿਗੁਰੂ ਜੀ ਕੋਲ। ਇਸ ਹੁਕਮ ਨੂੰ ਜਿਹੜਾ ਅਮਲੀ ਤੌਰ 'ਤੇ ਪਹਾੜੀ ਰਾਜਿਆਂ ਕੋਲ ਇਹ ਹੁਕਮ ਮਾਲੀਆ ਉਗਰਾਉਣ ਲਈ ਔਰੰਗਜ਼ੇਬ ਨੇ ਲਾਹੌਰ ਦਾ ਇੱਕ ਨਵਾਬ ਖਾਨ ਜਾਨ ਬਹਾਦਰ ਸੀ ਜੀ, ਲਾਹੌਰ ਦਾ ਇੱਕ ਜਿਹੜਾ ਨਵਾਬ ਸੀ, ਵੀ ਗੁਰੂ ਸਿੰਘ ਮਹਾਰਾਜ ਨੂੰ ਪਤਾ ਲੱਗ ਜੇ, ਉਹਨੇ ਨਾ ਆਮ ਜਨਤਾ ਤੇ ਆਮ ਲੋਕਾਂ 'ਤੇ ਤਸ਼ੱਦਦ ਕਰਨਾ, ਜ਼ੁਲਮ ਕਰਨਾ ਸ਼ੁਰੂ ਕਰ ਦਿੱਤਾ। ਕੱਲ੍ਹ ਆਪਾਂ ਇੱਕ ਵਿਚਾਰ ਕੀਤੀ ਸੀ, ਸਤਿਗੁਰੂ ਮਹਾਰਾਜ ਨੇ ਨਦੌਣ ਦੇ ਯੁੱਧ ਵਿੱਚ ਪਹਾੜੀ ਰਾਜਿਆਂ ਦੀ ਸਹਾਇਤਾ ਪਤਾ ਕਿਉਂ ਕੀਤੀ ਸੀ? ਇੱਕ ਪਾਸੇ ਤਾਂ ਪਹਾੜੀ ਰਾਜੇ ਬਹੁਤ ਖਤਰਨਾਕ ਬੰਦੇ ਨੇ, ਸਿੱਖੀ ਦੇ ਵਿਰੋਧੀ ਲੋਕ ਨੇ ਪਹਾੜੀ ਰਾਜੇ, ਪਰ ਮਹਾਰਾਜ ਨੇ ਸਹਾਇਤਾ ਕਿਉਂ ਕੀਤੀ ਹੈ? ਕਿਉਂਕਿ ਭੀਮ ਚੰਦ ਵਰਗੇ ਵੱਡੇ ਵੱਡੇ ਜਿਹੜੇ ਪਹਾੜੀ ਰਾਜੇ ਨੇ, ਜਦੋਂ ਮਾਮਲਾ ਉਗਰਾਉਣਗੇ, ਔਰੰਗਜ਼ੇਬ ਧੱਕੇ ਨਾਲ ਮਾਮਲਾ ਉਗਰਾਏਗਾ ਉਹਨਾਂ ਕੋਲ, ਪਰ ਕਿੰਨਾਂ ਕੋਲੋਂ ਇਕੱਠਾ ਕਰਨਗੇ? ਆਮ ਲੋਕਾਂ ਦੇ ਕੋਲੋਂ। ਆਮ ਲੋਕਾਂ ਦੀ ਹੁੰਦਾ ਜੀ ਸਰਕਾਰ ਕੋਲ ਸਾਰਾ ਕੁਝ, ਟੈਕਸ ਦੇ ਰੂਪ ਦੇ ਵਿੱਚ ਕਿੰਨਾ ਕੁ ਸਾਡੇ ਕੋਲੋਂ ਟੈਕਸ ਲਿਆ ਜਾ ਰਿਹਾ, ਸਾਨੂੰ ਪਤਾ ਵੀ ਨਹੀਂ ਲੱਗਦਾ ਕਈ ਵਾਰ ਵੀ ਅਸੀਂ ਇਹਨਾਂ ਚੀਜ਼ਾਂ ਦਾ ਵੀ ਟੈਕਸ ਭਰ ਰਹੇ ਹਾਂ। ਇਸ ਕਰਕੇ ਮਹਾਰਾਜ ਨੇ ਸੋਚਿਆ ਵੀ ਇੱਥੇ ਬਣਦਾ ਹੈ, ਇਸ ਮੁਗਲੀਆ ਜਿਹੜੀ ਫੌਜ ਹੈ ਇਹਨੂੰ, ਇਹਨਾਂ ਦਾ ਮੂੰਹ ਮੋੜਨਾ ਬਣਦਾ ਹੈ, ਮੋੜਿਆ ਜਾਵੇ ਇਹਨਾਂ ਦਾ ਮੂੰਹ। ਉਸ ਤੋਂ ਬਾਅਦ ਸਤਿਗੁਰੂ ਮਹਾਰਾਜ, ਜਦੋਂ ਆਪਾਂ ਅੱਗੇ ਜਿਹੜੀ ਵਿਚਾਰ ਕਰ ਰਹੇ ਸੀ, ਨਵਾਬ ਖਾਨ ਜਾਨ ਬਹਾਦਰ ਨੂੰ ਹਟਾ ਕੇ ਇਬਰਾਹਿਮ ਖਾਨ, ਇਹਨੂੰ ਮੁਹਾਬਤ ਖਾਨ ਦਾ ਖਿਤਾਬ ਦਿੱਤਾ ਗਿਆ।
ਖਿਤਾਬ ਦੇ ਕੇ ਪੰਜਾਬ ਦਾ ਇਹਨੂੰ ਗਵਰਨਰ ਬਣਾ ਦਿੱਤਾ। ਇਬਰਾਹਿਮ ਖਾਨ ਸੀ ਨਾ ਜਿਹੜਾ ਅਤਿਆਚਾਰੀ ਬੰਦਾ ਸੀ, ਇਹ ਔਰੰਗਜ਼ੇਬ ਦਾ ਬੰਦਾ ਸੀ, ਇਹ ਅਤਿਆਚਾਰੀ ਸੀ ਅਤੇ ਚੰਗਾ ਪ੍ਰਬੰਧਕ ਵੀ ਇਹਨੂੰ ਗਿਣਿਆ ਗਿਆ। ਆਰੇ ਖਤਰੇ ਨੂੰ ਧਿਆਨ ਵਿੱਚ ਰੱਖਦਿਆਂ ਗੁਰੂ ਜੀ ਨੇ ਚੌਂਕੀਆਂ ਨਿਯੁਕਤ ਕੀਤੀਆਂ। ਚੌਂਕੀਆਂ, ਹੁਣ ਚੌਂਕੀ ਦਾ ਭਾਵ ਥੋੜ੍ਹਾ ਸਮਝ ਲਓ। ਚੌਂਕੀ ਕਿਤੇ ਸਿਰ ਘਮਾਉਣ ਵਾਲੀ ਚੌਂਕੀ ਦੀ ਮੈਂ ਗੱਲ ਨਹੀਂ ਕਰਦਾ ਜੀ। ਮਹਾਰਾਜ ਦੀ ਚੌਂਕੀ ਵੱਖਰੀ ਸੀ, ਸ਼ਬਦ ਚੌਂਕੀ ਕਹਿ ਸਕਦੇ ਹਾਂ ਜਿਹਨੂੰ ਆਪਾਂ। ਚੌਂਕੀਆਂ ਲੱਗਦੀਆਂ ਸੀ, ਸਿੰਘਾਂ ਦੀਆਂ ਡਿਊਟੀਆਂ ਲਗਾਈਆਂ ਜਾਂਦੀਆਂ ਸੀ ਵੀ ਇੱਥੇ ਆਹ ਚੌਂਕੀ 'ਤੇ ਤੇਰੀ ਡਿਊਟੀ ਹੈ, ਇੱਥੇ ਤੇਰੀ ਡਿਊਟੀ ਹੈ। ਜੇ ਕੋਈ ਹਮਲਾਵਰ ਖਤਰਾ ਕਰਦਾ ਤਾਂ ਤੂੰ ਇੱਥੇ ਜਕਾਰਾ ਵਜਾਉਣਾ, ਇੱਥੇ ਨਗਾਰਾ ਵਜਾਉਣਾ, ਇੱਥੇ ਇਹ ਸਿੰਘਾਂ ਦੇ ਕੋਡਵਾਰਡ ਕਹਿ ਸਕਦੇ ਆਪਾਂ। ਚੌਂਕੀਆਂ 'ਤੇ ਖੜ੍ਹ ਕੇ ਡਿਊਟੀਆਂ ਦੇਣੀਆਂ, ਜਿਵੇਂ ਚਮਕੌਰ ਦੀ ਗੜੀ ਬਾਰੇ ਆਪਾਂ ਪਿੱਛੇ ਵਿਚਾਰ ਕਰਕੇ ਆਏ ਸੀ। ਇੱਥੇ ਸਤਿਗੁਰੂ ਮਹਾਰਾਜ ਨੇ ਚੌਂਕੀਆਂ ਨੇ ਸੂਈਏ ਵੀ ਛੱਡ ਦਿੱਤੇ। ਮਹਾਰਾਜ ਨੇ ਸੂਈਏ ਜਿਹੜੇ ਚੱਲ ਰਹੇ ਹਾਲਾਤ ਸੀ, ਹਾਲਾਤਾਂ ਬਾਰੇ ਸਾਰੀ ਖਬਰ ਦਿੰਦੇ ਸੀ ਵੀ ਕੀ ਹਾਲਾਤ ਚੱਲ ਰਹੇ ਨੇ। ਸਿੱਖਾਂ ਨੂੰ ਹੁਕਮਨਾਮੇ ਭੇਜੇ ਮਹਾਰਾਜ ਨੇ। ਹੁਕਮਨਾਮੇ ਅੰਦਰ ਸਤਿਗੁਰੂ ਜੀ ਲਿਖਦੇ ਨੇ ਵੀ ਭਾਈ ਸਮਾਂ ਐਸਾ ਆ ਗਿਆ, ਜੰਗ ਲੱਗ ਸਕਦੀ ਹੈ, ਸਿੰਘ ਤਿਆਰ ਬਰ ਤਿਆਰ ਰਹੋ, ਸ਼ਸਤਰ ਸਜਾ ਕੇ ਰੱਖਣ ਹਰ ਵੇਲੇ। ਸਿੰਘ ਆਪਾਂ ਵੇਖਦੇ ਹਾਂ ਜੀ, ਸਿੰਘ ਸ਼ਸਤਰ ਸਜਾ ਕੇ ਰੱਖਦੇ ਸੀ ਹਰ ਵੇਲੇ, ਆਪਣੇ ਕੋਲ ਇੱਕ ਕਿਰਪਾਨ ਰੱਖਦੇ ਸੀ। ਪਤਾ ਨਹੀਂ ਕਿਹੜੇ ਵੇਲੇ ਹਮਲਾਵਰ ਲੋਕ ਹਮਲਾ ਕਰ ਦੇਣ, ਉਹ ਜ਼ਾਲਮ ਲੋਕ ਹਮਲਾ ਕਰ ਦੇਣ, ਤਾਂ ਕਿ ਤੁਸੀਂ ਆਪਣੀ ਰੱਖਿਆ ਤਾਂ ਕਰ ਸਕੋ। ਪਾਤਸ਼ਾਹ ਜੀ ਨੇ, ਕਲੀਆਂ ਵਾਲੇ ਪਾਤਸ਼ਾਹ ਨੇ ਸਾਨੂੰ ਕਕਾਰ ਦਿੱਤੇ ਨੇ, ਵਰਦੀ ਦਿੱਤੀ ਹੈ, ਘੱਟੋ ਘੱਟ ਅਸੀਂ ਆਪਣੀ ਰੱਖਿਆ ਤਾਂ ਕਰ ਸਕੀਏ। ਮਹਾਰਾਜ ਨੇ ਹੁਕਮਨਾਮੇ ਜਾਰੀ ਕਰ ਦਿੱਤੇ ਅਤੇ ਸਿੰਘਾਂ ਕੋਲ ਹੁਕਮਨਾਮੇ ਪਹੁੰਚਦੇ ਨੇ। ਸਤਿਗੁਰੂ ਮਹਾਰਾਜ ਆਨੰਦਪੁਰ ਤੋਂ ਅੱਗੇ ਪਿੰਡਾ ਵੀ ਤੈਅ ਕਰਨਾ ਹੈ। ਸਿੱਖਾਂ ਨੂੰ ਹਰ ਹਾਲਾਤ ਵਿੱਚ ਸ਼ਸਤਰ ਧਾਰਨ ਕਰਨ ਦੀ ਮਹਾਰਾਜ ਨੇ ਪ੍ਰੇਰਨਾ ਦਿੱਤੀ ਵੀ ਹਰ ਹਾਲਾਤ ਵਿੱਚ ਸ਼ਸਤਰ ਰੱਖੋ। ਇੱਧਰੋਂ ਔਰੰਗਜ਼ੇਬ ਦਾ ਇੱਕ ਹੋਰ ਫਰਮਾਨ ਆਉਂਦਾ ਹੈ। ਮਹਾਰਾਜ ਆਪਣੇ ਹੁਕਮਨਾਮੇ ਭੇਜੀ ਜਾਂਦੇ ਨੇ, ਔਰੰਗਜ਼ੇਬ ਵੀ ਫਰਮਾਨ ਭੇਜੀ ਜਾਂਦਾ ਹੈ। ਔਰੰਗਜ਼ੇਬ ਦਾ ਜਿਹੜਾ ਅਗਲਾ ਫਰਮਾਨ ਆਇਆ ਸੀ ਜੀ 13 ਫਰਵਰੀ 1694 ਈਸਵੀ ਨੂੰ, ਇਹ ਵੀ ਕਿਲਕਲਾ ਦੇ ਸਥਾਨ ਤੋਂ ਆਇਆ ਸੀ। ਕਿਲਕਲਾ ਇੱਕ ਥਾਂ ਦਾ ਨਾਮ ਹੈ। ਉਹ ਫਰਮਾਨ ਵਿੱਚ ਲਿਖਿਆ ਸੀ ਕਿ ਰਾਜਪੂਤਾਂ ਤੋਂ ਬਿਨਾਂ ਕਿਸੇ ਵੀ ਸ਼੍ਰੇਣੀ ਦਾ ਹਿੰਦੂ ਹਥਿਆਰ ਨਾ ਰੱਖੇ। ਈਵਨ ਔਰੰਗਜ਼ੇਬ ਨੇ ਦੀਵਾਲੀ ਦੇ ਤਿਉਹਾਰ 'ਤੇ, ਦੁਸਹਿਰੇ ਦੇ ਤਿਉਹਾਰ 'ਤੇ, ਹੋਰ ਜਿੰਨੇ ਵੀ ਹਿੰਦੂਆਂ ਦੇ ਤਿਉਹਾਰ ਸੀ, ਔਰੰਗਜ਼ੇਬ ਨੇ ਰੋਕ ਲਾ ਦਿੱਤੀ ਸੀ। ਰਾਗ ਨੂੰ ਗਾਉਣਾ ਬੰਦ ਕਰ ਦਿੱਤਾ ਸੀ। ਤੁਸੀਂ ਔਰੰਗਜ਼ੇਬ ਦੀਆਂ ਨੀਤੀਆਂ ਪੜ੍ਹੋਗੇ ਤੁਸੀਂ ਹੈਰਾਨ ਰਹਿ ਜਾਓਗੇ। ਖਿਡੌਣੇ ਸੀ ਨਾ ਜਿਹੜੇ ਆਮ ਕਰਕੇ ਦੀਵਾਲੀ 'ਤੇ ਵੇਚੇ ਜਾਂਦੇ ਨੇ, ਖਿਡੌਣੇ ਬੰਦ ਕਰ ਦਿੱਤੇ ਸੀ। ਇੰਨਾ ਜ਼ੁਲਮੀ ਬੰਦਾ ਸੀ ਇਹ, ਕਿਸੇ ਨੂੰ ਆਜ਼ਾਦੀ ਨਹੀਂ। ਇੱਥੇ ਇਹ ਕਹਿੰਦਾ ਸੀ ਵੀ ਸਾਰੇ ਕਿਤੇ ਮੇਰਾ ਬੋਲਬਾਲਾ ਹੋਵੇ। ਇੱਥੇ ਕਿਲਕਲਾ ਨਾਮ ਦੇ ਸਥਾਨ ਤੋਂ ਇੱਕ ਫਰਮਾਨ ਹੋਰ ਜਾਰੀ ਕਰ ਦਿੱਤਾ। ਉਹਦੇ ਵਿੱਚ ਲਿਖਿਆ ਹਾਥੀ ਘੋੜੇ ਦੀ ਸਵਾਰੀ ਕੇਵਲ ਰਾਜਪੂਤ ਕਰ ਸਕਣਗੇ। ਹੁਣ ਕਿੱਡਾ ਭੈੜਾ ਫਰਮਾਨਾ ਜੀ। ਹਾਥੀ ਘੋੜਿਆਂ ਦੀ ਸਵਾਰੀ ਕੇਵਲ ਰਾਜਪੂਤ ਕਰ ਸਕਣਗੇ। ਹਿੰਦੂ ਸ਼੍ਰੇਣੀ ਨੂੰ ਹਥਿਆਰ ਨਾ ਰੱਖੇ, ਉਹ ਹਾਥੀ ਨਾ ਰੱਖੇ, ਉਹ ਪਾਲਕੀਆਂ ਵਿੱਚ ਨਾ ਬੈਠਣ, ਅਤੇ ਅਰਬੀ ਇਰਾਕੀ ਇਹ ਜਿਹੜੇ ਸ਼ਸਤਰ ਵੀ, ਘੋੜੇ ਵੀ, ਅਰਬੀ ਘੋੜੇ ਉਹ ਨਾ ਰੱਖਣ। ਸਤਿਗੁਰੂ ਮਹਾਰਾਜ ਨੇ ਔਰੰਗਜ਼ੇਬ ਦੇ ਇਸ ਫਰਮਾਨ ਦਾ ਜਵਾਬ ਦੇਣ ਵਾਸਤੇ ਪਤਾ ਕੀ ਕਰਿਆ? ਔਰੰਗਜ਼ੇਬ ਨੂੰ ਸਬਕ ਸਿਖਾਉਣ ਵਾਸਤੇ 10ਵੇਂ ਪਾਤਸ਼ਾਹ ਨੇ ਕੀ ਕਰਿਆ? ਹਰਿਦੁਆਰ ਦੀ ਇੱਕ ਪ੍ਰਚਾਰ ਫੇਰੀ ਕੀਤੀ ਮਹਾਰਾਜ ਨੇ। ਔਰੰਗਜ਼ੇਬ ਨੇ ਲਿਖਿਆ ਵੀ ਕਿਸੇ ਨੂੰ ਕੋਈ, ਹੁਣ ਗੁਰੂ ਦੇ ਕੋਲ ਹਿੰਦੂ ਵੀ ਆਉਂਦਾ ਸੀ, ਗੁਰੂ ਦੇ ਕੋਲ ਮੁਸਲਮਾਨ ਵੀ ਆਉਂਦਾ ਸੀ, ਹਰੇਕ ਮਜ਼ਹਬ ਦਾ, ਹਰੇਕ ਧਰਮ ਦਾ ਬੰਦਾ ਕਲਗੀਆਂ ਵਾਲੇ ਪਾਤਸ਼ਾਹ ਕੋਲ ਜਾਂਦੇ ਸੀ। ਮਹਾਰਾਜ ਕਿਸੇ ਨਾਲ ਕੋਈ ਇਸ ਤਰ੍ਹਾਂ ਨਹੀਂ ਭੇਦਭਾਵ ਨਹੀਂ ਕਰਦੇ ਸੀ। ਕਦੇ ਕਿਸੇ ਨੂੰ ਧੱਕੇ ਨਾਲ ਨਹੀਂ ਕਿਹਾ ਵੀ ਆਪਣਾ ਧਰਮ ਤਬਦੀਲ ਕਰਨਾ। ਕਿਤੇ ਨਹੀਂ ਲਿਖਦਾ ਮਿਲਿਆ, ਕਿਤੇ ਨਹੀਂ ਲਿਖਿਆ ਮਿਲੂ ਤਵਾਰੀਖ ਦੇ ਅੰਦਰ। ਸਤਿਗੁਰੂ ਮਹਾਰਾਜ ਨੇ ਔਰੰਗਜ਼ੇਬ ਦਾ ਫਰਮਾਨ ਦਾ ਜਵਾਬ ਦੇਣ ਵਾਸਤੇ ਨਾ ਹਰਿਦੁਆਰ ਦੀ ਇੱਕ ਪ੍ਰਚਾਰ ਫੇਰੀ ਆਰੰਭ ਕੀਤੀ। ਮਹਾਰਾਜ ਨੇ ਆਪਣੇ 94 ਸੂਰਵੀਰਾਂ ਨੂੰ, ਤੀਰ ਅੰਦਾਜ਼ ਸੀ ਜਿਹੜੇ ਵਧੀਆ, ਉਹਨਾਂ ਨੂੰ ਤੀਰ ਕਮਾਨ ਦੇ ਕਰਕੇ ਅਤੇ ਨਾਲ ਇੱਕ ਨਗਾਰਾ, ਨਿਸ਼ਾਨ ਅਤੇ ਅਰਬੀ ਘੋੜੇ, ਵਧੀਆ ਹਾਥੀ, ਆਨੰਦਪੁਰ ਤੋਂ ਲੈ ਕਰਕੇ ਹਰਿਦੁਆਰ ਤੱਕ ਮਹਾਰਾਜ ਨੇ ਇੱਕ ਪ੍ਰਚਾਰ ਆਰੰਭ ਕੀਤਾ, ਇੱਕ ਫੇਰੀ ਆਰੰਭ ਕੀਤੀ। ਪਾਤਸ਼ਾਹ ਜੀ ਨੇ ਇਸ ਫੇਰੀ ਦੇ ਅੰਦਰ ਰਾਗੀ, ਢਾਡੀ, ਜਿਹੜੇ ਢਾਡੀ ਵਾਰਾਂ ਗਾਉਂਦੇ ਸੀ,
ਉਹ ਢਾਡੀ ਵਾਰਾਂ ਗਾ ਰਹੇ ਨੇ। 28 ਫਰਵਰੀ 1694 ਦੇ ਨੂੰ ਸਤਿਗੁਰੂ ਮਹਾਰਾਜ ਕੀਰਤਪੁਰ ਰੋਪੜ ਹੁੰਦੇ ਹਰਿਦੁਆਰ ਪੁੱਜ ਗਏ ਨੇ। ਉੱਥੇ ਵਿਸਾਖੀ ਦਾ ਮੇਲਾ ਲੱਗਿਆ ਹੋਇਆ ਸੀ। ਲੋਕਾਂ ਨੂੰ ਔਰੰਗਜ਼ੇਬ ਦੇ ਹੁਕਮਾਂ ਦਾ ਟਾਕਰਾ ਕਰਨ ਲਈ ਮਹਾਰਾਜ ਨੇ ਪ੍ਰੇਰਿਆ। ਜਿੱਥੇ ਔਰੰਗਜ਼ੇਬ ਕਹਿੰਦਾ ਸੀ ਵੀ ਰਾਜਪੂਤ ਕੇਵਲ ਘੋੜੇ ਰੱਖਣਗੇ, ਹਾਥੀ ਰੱਖਣਗੇ, ਮਹਾਰਾਜ ਇਸ ਪ੍ਰਚਾਰ ਦੇ ਵਕਤ, ਇਸ ਪ੍ਰਚਾਰ ਦੌਰੀ ਦੇ ਵਕਤ ਇੱਕ ਹੁਕਮ ਭੇਜਦੇ ਨੇ, ਲੋਕਾਂ ਨੂੰ ਜਗਾਉਂਦੇ ਨੇ, ਸੁਚੇਤ ਕਰਦੇ ਨੇ, ਭਾਈ ਜੇ ਅੱਜ ਨਾ ਜਾਗੇ ਨਾ ਔਰੰਗਜ਼ੇਬ ਨੇ ਤੁਹਾਨੂੰ ਬਹੁਤ ਤੰਗ ਕਰਨਾ, ਪਹਿਲਾਂ ਵੀ ਤੰਗ ਕਰਦਾ ਆ ਰਿਹਾ ਉਹ। ਤੁਸੀਂ ਹਾਥੀਆਂ ਦੀ ਸਵਾਰੀ ਕਰੋ, ਤੁਸੀਂ ਘੋੜਿਆਂ ਦੀ ਸਵਾਰੀ ਕਰੋ, ਜਿੰਨੀ ਵੀ ਤੁਹਾਡੀ ਸਮਤਾ ਪਾਇਆ ਹੈ। ਕਿਉਂ ਕਿਸੇ ਦੇ ਹੱਕ ਖੋਏ ਜਾਣ? ਇੱਥੇ ਸਭ ਨੂੰ ਅਧਿਕਾਰ ਹੈ ਜੀ, ਕਿਸੇ ਨਾਲ ਕੋਈ ਵਿਤਕਰਾ ਥੋੜ੍ਹੀ ਹੈ, ਕਿਸੇ ਦਾ ਹੱਕ ਥੋੜ੍ਹੀ ਖੋਣਾ ਹੈ। ਇੱਥੇ ਸਤਿਗੁਰੂ ਮਹਾਰਾਜ ਵਿਸਾਖੀ ਦਾ ਮੇਲਾ ਨੇੜੇ ਆ ਗਿਆ। ਔਰੰਗਜ਼ੇਬ ਦਾ ਟਾਕਰਾ ਕਰਨ ਵਾਸਤੇ ਮਹਾਰਾਜ ਲੋਕਾਂ ਨੂੰ ਜਗਾ ਰਹੇ ਨੇ, ਸੁਚੇਤ ਕਰ ਰਹੇ ਨੇ। ਇੱਧਰੋਂ ਔਰੰਗਜ਼ੇਬ ਸੀ ਜਿਹੜਾ, ਔਰੰਗਜ਼ੇਬ ਨੂੰ ਪਤਾ ਲੱਗਿਆ ਵੀ ਮਹਾਰਾਜ ਕੋਲ ਹੁਕਮਨਾਮੇ ਪਹੁੰਚ ਗਏ ਨੇ, ਸਿੱਖਾਂ ਕੋਲ ਹੁਕਮਨਾਮੇ ਪਹੁੰਚੇ। ਔਰੰਗਜ਼ੇਬ ਨੂੰ ਵੀ ਪਤਾ ਲੱਗ ਗਿਆ ਵੀ ਜਿਹੜਾ ਮੈਂ ਫਰਮਾਨ ਜਾਰੀ ਕੀਤਾ ਸੀ ਉਹ ਵੀ ਮਹਾਰਾਜ ਕੋਲ ਪਹੁੰਚ ਗਿਆ। ਔਰੰਗਜ਼ੇਬ ਨੇ ਮੁਹਾਬਤ ਖਾਂ ਸੀ ਜਿਹੜਾ, ਇਬਰਾਹਿਮ ਖਾਂ, ਇਹਨੂੰ ਸ਼ਕਤੀ ਕਰਨ ਵਾਸਤੇ ਵਾਰ-ਵਾਰ ਲਿਖਦਾ ਰਿਹਾ, ਪਰ ਇਹ ਕੱਚੇ ਪੈਰੀ ਜਾਣਾ ਨਹੀਂ ਚਾਹੁੰਦਾ ਸੀ। ਸਿੱਖਾਂ ਦੀ ਵੀ ਪੂਰੀ ਤਿਆਰੀ ਸੀ, ਸ਼ਸਤਰ ਬਸਤਰ ਪਹਿਨ ਕੇ ਰੱਖਦੇ ਸੀ ਮਹਾਰਾਜ। ਕੁਝ ਚੋਣਵੇਂ ਸਿਪਾਹੀਆਂ ਨੂੰ ਇਹ ਪਹਾੜੀਆਂ ਦੇ ਵਿੱਚ ਨਾ, ਇਹ ਗੁਰੀਲਾ ਜਿਹੜੀ ਯੁੱਧ ਨੀਤੀ ਸੀ, ਗੁਰੀਲਾ ਯੁੱਧ ਨੀਤੀ ਦਾ ਅਰਥ ਹੁੰਦਾ ਜੀ ਛੁਪ ਕੇ ਵਾਰ ਕਰਨਾ। ਗੁਰੂ ਸਾਹਿਬ ਨੇ ਵੀ ਇਹ ਨੀਤੀ ਸ਼ੁਰੂ ਕੀਤੀ, 6ਵੇਂ ਪਾਤਸ਼ਾਹ ਜੀ ਨੇ। ਜਿਹੜੀ ਗੁਰੀਲਾ ਯੁੱਧ ਨੀਤੀ ਆ, ਅਸੀਂ ਜਦੋਂ ਪੜ੍ਹਦੇ ਹਾਂ ਇਹਦਾ ਅਰਥ ਛੁਪ ਕੇ ਵਾਰ ਕਰਨਾ। ਇਹ ਨੀਤੀ ਔਰੰਗਜ਼ੇਬ ਦਾ ਜਿਹੜਾ ਇਹ ਜਰਨੈਲ ਹੈ ਇਹ ਸਿਖਾ ਰਿਹਾ। ਉਸ ਮੁਹਾਬਤ ਖਾਨ ਨੇ ਦਿਲਾਵਰ ਖਾਨ ਨੂੰ ਆਖਿਆ ਅਤੇ ਉਸ ਦਿਲਾਵਰ ਖਾਨ ਨੇ ਆਪਣੇ ਪੁੱਤਰ ਨੂੰ ਰੁਸਤਮ ਭਾਈ, ਪਹਾੜੀ ਰਾਜਿਆਂ ਦਾ ਧੋਖਾ। ਇਹਦੇ ਬਾਰੇ ਆਪਾਂ ਕੱਲ੍ਹ ਦੇ ਦੀਵਾਨਾਂ ਵਿੱਚ ਵਿਚਾਰ ਕਰਾਂਗੇ। ਇੰਨੀ ਬੇਨਤੀ ਕਰਿਓ ਪ੍ਰਵਾਨ। ਆਓ ਗੁਰਮੁਖੋ ਅੰਤ ਵਿੱਚ ਫਤਿਹ ਨਾਲ ਪਾਓ ਸਾਂਝ, ਦੋਵੇਂ ਹੱਥ ਜੋੜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ